ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਭਾਗ ਪੰਜਵਾਂ ਲੜੀਵਾਰ। ਇਸ ਬੈਂਤ ਤੋਂ ਬਾਅਦ ਨਾ ਪੜ੍ਹਨ ਵਾਲੇ ਵਿੱਚ ਪੜ੍ਹਨ ਦਾ ਸਕਤਾ ਰਿਹਾ ਤੇ ਨਾ ਸੁਣਨ ਵਾਲਿਆਂ ਵਿੱਚ ਸੁਣਨ ਦੀ ਹਿੰਮਤ। ਸਾਰੇ ਪੱਥਰ ਦੇ ਬੁੱਤ ਬਣ ਗਏ ਸਨ। ਇੰਜ ਲੱਗਦਾ ਸੀ ਜਿਵੇਂ ਮੌਤ ਦਾ ਫਰਿਸ਼ਤਾ ਸਾਰਿਆਂ ਦੀ ਜਾਨ ਕੱਢ ਕੇ ਲਿਆ ਗਿਆ ਹੋਵੇ ਤੇ ਇੱਕ ਧੱਕੇ ਨਾਲ ਸਾਰੇ ਬੁੱਤ ਧਰਤੀ ਤੇ ਢਹਿ ਪੈਣਗੇ। ਕਿੰਨੀ ਦੇਰ ਤੱਕ ਇਹ ਬੁੱਤ ਬੇਹਰਕਤੇ ਖੜੇ ਰਹੇ। ਅਖੀਰ ਸੰਤਾ ਸਿੰਘ ਨੇ ਚੁੱਪ ਤੋੜੀ। ਅਸੀਂ ਲਗਭਗ 70-75 ਵਰ੍ਹੇ ਮਿਲ ਜੁਲ ਕੇ ਵਸਦੇ ਰਹੇ ਹਾਂ। ਭੈਣ ਭਰਾਵਾਂ ਵਿੱਚ 100 ਵਾਰ ਉੱਚੀ ਨੀਵੀਂ ਹੋ ਜਾਂਦੀ ਹੈ। ਜਿੱਥੇ ਘੜਾ ਉੱਥੇ ਚਿੱਕੜ ਤਾਂ ਹੁੰਦਾ ਹੀ ਹੈ। ਮੈਂ ਚਾਹੁੰਦਾ ਹਾਂ ਕਿ ਅਸੀਂ ਸਾਰੇ ਇੱਕ ਦੂਜੇ ਨੂੰ ਮੁਆਫ਼ ਕਰ ਦਈਏ। ਸਭ ਤੋਂ ਪਹਿਲਾਂ ਹਿੰਦੂਆਂ ਅਤੇ ਸਿੱਖਾਂ ਵੱਲੋਂ ਜੇ ਕੋਈ ਘਾਟਾ ਵਾਧਾ ਹੋਇਆ ਹੋਵੇ ਤਾਂ ਮੈਂ ਮਾਫ਼ੀ ਮੰਗਦਾ ਹਾਂ, ਅਤੇ ਜੇ ਕਿਸੇ ਨੇ ਸਾਡੇ ਨਾਲ ਜ਼ਿਆਦਤੀ ਕੀਤੀ ਹੋਵੇ ਤਾਂ ਅਸੀਂ ਉਸ ਨੂੰ ਮੁਆਫ਼ ਕਰਦੇ ਹਾਂ। ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਦਾ ਹਾਂ ਕਿ ਸਾਡੇ ਪਿੱਛੋਂ ਸਾਡੇ ਘਰਾਂ ਨੂੰ ਲੁੱਟਣਾ ਨਾ। ਸਾਡੇ ਘਰਾਂ ਉੱਤੇ ਉਹਨਾਂ ਮੁਹਾਜਿਰ ਮੁਸਲਮਾਨਾਂ ਦਾ ਹੱਕ ਹੈ ਜਿਹੜੇ ਚੜ੍ਹਦੇ ਪੰਜਾਬ ਤੋਂ ਆਪਣੇ ਘਰ-ਬਾਰ ਛੱਡ ਕੇ ਇੱਧਰ ਆਉਣਗੇ। ਇਸ ਦੇ ਨਾਲ ਹੀ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੇ ਇੱਕ ਦੂਜੇ ਨਾਲ ਗਲਵੱਕੜੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜਾ ਕੋਈ ਕਿਸੇ ਨਾਲ ਨਾਰਾਜ਼ ਸੀ ਉਸ ਨੇ ਉਸ ਨੂੰ ਇਕੱਠ 'ਚੋਂ ਭਾਲ ਕੇ ਜੱਫੀ ਪਾਈ। 2 ਘੰਟੇ ਇਸ ਤਰ੍ਹਾਂ ਹੀ ਲੰਘ ਗਏ। ਇੰਨੀ ਦੇਰ ਨੂੰ ਚੰਨ ਚੜ੍ਹ ਆਇਆ। ਉਹ ਕਦੇ ਪੰਜਾਬੀਆਂ ਦੇ ਹਾਲ 'ਤੇ ਹੱਸ ਪੈਂਦਾ ਸੀ ਤੇ ਕਦੇ ਰੋਹ ਪੈਂਦਾ ਸੀ। ਹੱਸਦਾ ਇਸ ਲਈ ਕਿ ਕਿਉਂਕਿ ਪੰਜਾਬੀਆਂ ਦਾ ਪਿਆਰ ਭਰਿਆ ਇਕੱਠ ਹੁਣ ਕਦੇ ਕਦਾਈਂ ਵੇਖਣਾ ਨਸੀਬ ਹੋਇਆ ਹੈ, ਅਤੇ ਰੋਹ ਇਸ ਲਈ ਪੈਂਦਾ ਕਿ ਇਹ ਇਕੱਠ ਫਿਰ ਕਦੇ ਨਾ ਮਿਲਣ ਵਾਸਤੇ ਹੋਇਆ ਹੈ। ਇਸ ਇਕੱਠ ਤੋਂ ਬਾਅਦ ਤਕਦੀਰ ਪਤਾ ਨਹੀਂ ਕਿਸੇ ਨੂੰ ਕਿੱਥੇ ਲਿਜਾ ਸੁੱਟੇ। ਧਰਤੀ ਦੇ ਸੀਨੇ 'ਤੇ ਅਜਿਹਾ ਖੂਨੀ ਡਰਾਮਾ ਰਚਿਆ ਜਾਣ ਵਾਲਾ ਹੈ ਕਿ ਕਿਆਮਤ ਤੱਕ ਇਸ ਦੇ ਪੰਜੇ ਦਰਿਆ ਸ਼ਰਮਸ਼ਾਰ ਹੋਣਗੇ। ਅਨੋਖ ਸਿੰਘ ਨੇ ਖੜੋ ਕੇ ਆਖਿਆ, ਦਿਲ ਤਾਂ ਨਹੀਂ ਕਰਦਾ ਕਿ ਇਸ ਮਹਿਫਲ ਨੂੰ ਖੁਦਾ ਹਾਫਿਜ਼ ਆਖੀਏ, ਪਰ ਮੈਂ ਅਰਜ਼ ਕਰਦਾ ਹਾਂ ਕਿ ਮੁਸਲਮਾਨਾਂ ਭਰਾਵਾਂ ਦਾ ਰੋਜ਼ੇ ਰੱਖਣ ਦਾ ਵਕਤ ਹੋ ਗਿਆ ਹੈ। ਇਸ ਲਈ ਸਾਰੇ ਮੁਸਲਮਾਨ ਆਪੋ ਆਪਣੇ ਘਰਾਂ ਵਿੱਚ ਜਾ ਕੇ ਜਲ ਪਾਣੀ ਦਾ ਪ੍ਰਬੰਧ ਕਰਨ। ਵਾਹਿਗੁਰੂ ਨੇ ਚਾਹਿਆ ਤਾਂ ਕੱਲ੍ਹ ਫੇਰ ਮੇਲ ਹੋਣਗੇ। ਇਸ ਦੇ ਨਾਲ ਹੀ ਸਾਰੇ ਲੋਕ ਆਪਣੇ ਆਪਣੇ ਘਰਾਂ ਵਿੱਚ ਚਲੇ ਗਏ। ਬਾਬਾ ਸਫੀ ਮੁਹੰਮਦ ਦੱਸਦਾ ਹੈ ਕਿ ਉਸ ਸਾਲ ਬੜੇ ਮੀਂਹ ਪਏ ਸਨ। ਪੂਰਾ ਮਹੀਨਾ ਸੂਰਜ ਨਹੀਂ ਸੀ ਦਿਸਿਆ। ਮੈਂ ਕਿਹਾ, ਬਾਬਾ ਜੀ, ਪਤਾ ਜੇ ਸੂਰਜ ਕਿਉਂ ਨਹੀਂ ਸੀ ਨਜ਼ਰ ਆਇਆ? ਕਿਉਂ ਭਲਾ? ਸੂਰਜ ਇਸ ਲਈ ਨਹੀਂ ਸੀ ਨਿਕਲਦਾ ਕਿ ਪੰਜਾਬ ਦੀਆਂ ਕਰੋੜਾਂ ਇੱਜ਼ਤਾਂ ਜਿਨ੍ਹਾਂ ਨੇ ਕਦੇ ਘਰ ਤੋਂ ਬਾਹਰ ਪੈਰ ਨਹੀਂ ਸੀ ਪਾਇਆ ਨੇ ਉਹਨਾਂ ਰਾਹਾਂ 'ਚ ਰੋਲਣਾ ਹੈ। ਸ਼ਾਇਦ ਸੂਰਜ ਉਹ ਨਜ਼ਾਰਾ ਵੇਖ ਕੇ ਆਪ ਬੇਨੂਰ ਹੋ ਜਾਂਦਾ। ਇਸ ਲਈ ਉਹਨੇ ਬੱਦਲਾਂ ਦੀ ਓਟ 'ਚੋਂ ਮੂੰਹ ਬਾਹਰ ਕੱਢ ਕੇ ਨੰਗੇ ਸਿਰ ਵਾਲੀਆਂ ਮਜਬੂਰ ਜਨਾਨੀਆਂ ਵੱਲ ਝਾਤੀ ਨਹੀਂ ਮਾਰੀ। ਤੇ ਬਾਬਾ ਜੀ, ਜਿਸ ਨੂੰ ਤੁਸੀਂ ਮੀਂਹ ਕਹਿੰਦੇ ਪਏ ਹੋ, ਉਹ ਮੀਂਹ ਨਹੀਂ, ਸਗੋਂ ਪੰਜਾਬੀਆਂ ਦੀ ਬੇਅਕਲੀ ਤੇ ਅਸਮਾਨ ਰੋਂਦਾ ਹੈ। ਉਸ ਦਿਨ ਪਰਦੇਸੀ ਹੋਣ ਵਾਲਿਆਂ ਦਾ ਸਾਡੇ ਸਾਂਝੇ ਪਿੰਡ ਦੇ ਸਾਂਝੇ ਦੇਸ਼ ਵਿੱਚ ਆਖਰੀ ਦਿਨ ਸੀ। ਜਿੱਥੇ ਪਰਦੇਸੀ ਹੋਣ ਵਾਲੇ ਦੇਸ਼ ਛੱਡਣ ਦੀਆਂ ਤਿਆਰੀਆਂ ਕਰ ਰਹੇ ਸਨ, ਉੱਥੇ ਪਿੰਡ ਦੇ ਮੁਸਲਮਾਨ ਡਾਂਗਾਂ, ਬਰਸ਼ੀਆਂ ਅਤੇ ਤਲਵਾਰਾਂ ਲੈ ਕੇ ਉਹਨਾਂ ਦੇ ਰਾਖੇ ਬਣੇ ਬੈਠੇ ਸਨ, ਕਿਉਂਕਿ ਹਰ ਪਾਸੇ ਤੋਂ ਲੁੱਟ-ਖੋਹ ਦੀਆਂ ਖਬਰਾਂ ਆ ਰਹੀਆਂ ਸਨ। ਪਿੰਡ ਵਾਲੇ ਨਹੀਂ ਸਨ ਚਾਹੁੰਦੇ ਕਿ ਕੋਈ ਜਾਂਦੀ ਵਾਰੀ ਕਿਸੇ ਨੂੰ ਕੋਈ ਨੁਕਸਾਨ ਪਹੁੰਚਾ ਕੇ ਪਿੰਡ ਦੇ ਮੂੰਹ 'ਤੇ ਕਾਲਖ ਮਲ ਜਾਏ। ਇਸ ਲਈ ਪਿੰਡ ਦੇ ਜਵਾਨ ਡਟ ਕੇ ਪਹਿਰਾ ਦੇ ਰਹੇ ਸਨ। ਸੰਤਾ ਸਿੰਘ ਪੰਚ, ਉਸਦਾ ਪੁੱਤਰ ਕਸ਼ਮੀਰ ਸਿੰਘ ਤੇ ਭਤੀਜੇ ਸੱਜਣ ਸਿੰਘ, ਗੱਜਣ ਸਿੰਘ, ਉਸਦੇ ਭਾਣਜੇ ਸਹਿਬੇਗ ਸਿੰਘ, ਮਹਿੰਦਰ ਸਿੰਘ ਅਤੇ ਭਾਲ ਸਿੰਘ ਚੁੰਬਰ ਗੱਡੇ ਤਿਆਰ ਕਰੀ ਬੈਠੇ ਸਨ। ਚਰਨ ਸਿੰਘ ਅਤੇ ਦਲੀਪ ਸਿੰਘ ਦੋਵੇਂ ਭਰਾ ਵਕੀਲ ਸਨ। ਉਹ ਵੀ ਆਪਣੇ ਗੱਡਿਆਂ 'ਤੇ ਮਾੜਾ ਮੋਟਾ ਲੋੜ ਦਾ ਸਮਾਨ ਰੱਖ ਰਹੇ ਸਨ। ਇਹਨਾਂ ਦੇ ਮੁਰੱਬੇ ਅੱਜ ਵੀ ਵਕੀਲਾਂ ਵਾਲੇ ਮੁਰੱਬਿਆਂ ਦੇ ਨਾਂ ਨਾਲ ਮਸ਼ਹੂਰ ਹਨ। ਇਹਨਾਂ ਨੇ ਆਪਣੀ ਭੋਇੰ 'ਚ ਵੱਡਾ ਖੂਹ ਲਵਾਇਆ ਹੋਇਆ ਸੀ, ਜਿਹੜਾ ਅੱਜ ਵਕੀਲਾਂ ਵਾਲੇ ਖੂਹ ਦੇ ਨਾਂ ਨਾਲ ਮਸ਼ਹੂਰ ਹੈ। ਗਾਗੜੀਆਂ ਦਾ ਪੂਰਾ ਪਰਿਵਾਰ ਵੀ ਵਤਨ ਛੱਡਣ ਦੀ ਤਿਆਰੀ ਵਿੱਚ ਸੀ। ਬੁੱਤ ਵਾਲੇ ਅਨੋਖ ਸਿੰਘ, ਵਰਿਆਮ ਸਿੰਘ, ਸਰਾਜ ਸਿੰਘ, ਲਾਲ ਸਿੰਘ, ਪਿਆਰ ਸਿੰਘ, ਬਗੀਚਾ ਸਿੰਘ ਵੀ ਆਪਣੀ ਮਿੱਟੀ ਨੂੰ ਆਖਰੀ ਸਲਾਮ ਕਹਿ ਰਹੇ ਸਨ। ਇਹਨਾਂ 'ਚੋਂ ਖਿਉਣਾ ਸਿੰਘ ਮੁਸਲਮਾਨ ਹੋ ਗਿਆ ਸੀ। ਉਸਦਾ ਪੁੱਤਰ ਚੌਧਰੀ ਸਰਦਾਰ ਮੁਹੰਮਦ ਇੱਥੇ ਹੀ ਰਹਿ ਗਿਆ। ਉਸ ਦਿਨ ਦੇਸ਼ ਛੱਡ ਕੇ ਜਾਣ ਵਾਲਿਆਂ 'ਚੋਂ ਕਿਸੇ ਦੇ ਵੀ ਘਰ ਰੋਟੀ ਨਾ ਪੱਕੀ। ਉਸ ਰਾਤ ਸਾਰੇ ਧਰਮਾਂ ਦਾ ਇਸ ਪਿੰਡ ਵਿੱਚ ਆਖਰੀ ਇਕੱਠ ਸੀ। ਰਾਤ ਦਾ ਮਾਲਾ ਟੁੱਟਦਿਆਂ ਹੀ ਸਾਰੇ ਤਾਰਿਆਂ ਨੇ ਖਿੱਲਰ ਜਾਣਾ ਸੀ। ਸ਼ਾਮ ਹੁੰਦਿਆਂ ਹੀ ਸਰਦਾਰ ਅਨੋਖ ਸਿੰਘ ਵਾਲੇ ਚੌਂਕ ਵਿੱਚ ਲੋਕ ਫਿਰ ਇਕੱਠੇ ਹੋਣੇ ਸ਼ੁਰੂ ਹੋ ਗਏ।
ਸਾਈਂ ਹਾਸਲ ਵੀ ਆਪਣੇ ਹੱਥ ਵਿੱਚ 2 ਕਿਤਾਬਾਂ ਫੜੀ ਥੱਕੇ ਪੈਰੀ ਮਹਿਫਲ ਵਿੱਚ ਜਾ ਪੁੱਜਾ। ਸਰਦਾਰ ਅਨੋਖ ਸਿੰਘ ਨੇ ਸਾਈਂ ਹਾਸਲ ਵੱਲ ਵੇਖ ਕੇ ਆਖਿਆ, ਸਾਈਂ ਜੀ, ਅੱਜ ਅਜਿਹਾ ਕਲਾਮ ਸੁਣਾਓ ਕਿ ਰਹਿੰਦੀ ਦੁਨੀਆ ਤੱਕ ਯਾਦ ਰਹੇ। ਸਾਈਂ ਹਾਸਲ ਨੇ ਇੱਕ ਨਜ਼ਰ ਮਜਮੇ ਤੇ ਮਾਰੀ। ਤਿਲ ਛੁੱਟਿਆਂ ਵੀ ਧਰਤੀ ਤੇ ਆਵਾਜ਼ ਆਉਂਦੀ ਸੀ। ਉਸ ਦਿਨ ਰੋਸ਼ਨੀ ਦਾ ਵੀ ਖਾਸਾ ਇੰਤਜ਼ਾਮ ਕੀਤਾ ਗਿਆ ਸੀ। ਸਾਈਂ ਹਾਸਲ ਨੇ ਫਿਰ ਸੁਲਤਾਨ ਬਾਹੂ ਹੋਰਾਂ ਦਾ ਕਲਾਮ ਪੜ੍ਹਨਾ ਸ਼ੁਰੂ ਕੀਤਾ, ਜਿਸ ਦੀ ਖਾਸ ਤੌਰ 'ਤੇ ਅਨੋਖ ਸਿੰਘ ਨੇ ਮੰਗ ਕੀਤੀ ਸੀ। ਚੜ੍ਹ ਚੰਨਾ ਤੂੰ ਕਰ ਰੁਸ਼ਨਾਈ, ਤੇਰਾ ਜ਼ਿਕਰ ਕਰਿੰਦੇ ਤਾਰੇ ਹੂ, ਗਲੀਆਂ ਦੇ ਵਿੱਚ ਫਿਰਨ ਨਿਮਾਣੇ, ਲਾਲਾਂ ਦੇ ਵਣਜਾਰੇ ਹੂ, ਸ਼ਾਲਾ ਮੁਸਾਫਰ ਕੋਈ ਨਾ ਥੀਵੇ, ਕੱਖ ਜਿਨਾ ਥੀ ਭਾਰੇ ਹੂ, ਤਾੜੀ ਮਾਰ ਉਡਾਣਾ ਸਾਨੂੰ, ਅਸੀਂ ਆਪੇ ਉੱਡਣ ਹਾਰੇ ਹੂੰ। ਸਾਈਂ ਹਾਸਲ ਨੇ ਫਿਰ ਅੱਖਾਂ ਬੰਦ ਕਰਕੇ ਪੜ੍ਹਿਆ, ਚੜ੍ਹ ਚੰਨਾ ਤੂੰ ਕਰ ਰੁਸ਼ਨਾਈ, ਤੇਰਾ ਜ਼ਿਕਰ ਕਰਿੰਦੇ ਤਾਰੇ ਹੂੰ, ਤੇਰੇ ਜਿਹੇ ਚੰਨ ਸੈਂ ਚੜ੍ਹਦੇ ਸਾਨੂੰ, ਸੱਜਣਾ ਬਾਜ ਹਨੇਰਾ ਹੂੰ, ਜਿੱਥੇ ਚੰਨ ਸਾਡਾ ਚੜ੍ਹਦਾ ਉੱਥੇ ਕਦਰ ਨਹੀਂ ਕੁਝ ਤੇਰਾ ਹੂੰ, ਜਿਸ ਦੀ ਖਾਤਰ ਅਸਾਂ ਜਨਮ ਗਵਾਇਆ, ਬਾਹੂ ਮੇਲੀ ਇੱਕ ਵੇਰਾ ਹੂੰ। ਬਾਹੂ ਹੁਰਾਂ ਦਾ ਕਲਾਮ ਸੁਣ ਕੇ ਸਾਰਿਆਂ ਤੇ ਵਜਦ ਤਾਰੀ ਹੋ ਗਿਆ। ਸਾਈਂ ਹਾਸਲ ਸਮੇਤ ਸਾਰੇ ਜਾਰੋ ਜਾਰ ਰੋ ਰਹੇ ਸਨ। ਜਦ ਸਾਈਂ ਨੇ ਪੜ੍ਹਿਆ, ਸ਼ਾਲਾ ਮੁਸਾਫਰ ਕੋਈ ਨਾ ਥੀਵੇ, ਕੱਖ ਜਿਨਾ ਥੀ ਭਾਰੇ ਹੂੰ, ਤਾਂ ਸੰਤਾ ਸਿੰਘ ਦਾ ਕੜ ਪਾਟ ਗਿਆ। ਰਹਿੰਦੀ ਖੂੰਦੀ ਕਸਰ ਤਾੜੀ ਮਾਰ ਉਡਾਣਾ ਬਾਹੂ, ਅਸੀਂ ਆਪੇ ਉੱਡਣ ਹਾਰੇ ਹੂੰ ਨੇ ਪੂਰੀ ਕਰ ਦਿੱਤੀ। ਸਾਈਂ ਹਾਸਲ ਨੇ ਹੀਰ ਦਾ ਬੈਂਤ ਪੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਾ ਹੋ ਸਕਿਆ। ਲੈ ਪਕੜ ਭੂਰੀ ਰਾਂਝਾ ਚੱਲਿਆ ਈ, ਲਾ ਜੰਜਾਲ ਹੀਰੇ। ਸਾਈਂ ਹਾਸਲ ਇੱਕ ਵਾਕ ਪੂਰਾ ਨਾ ਕਰ ਸਕਿਆ ਤੇ ਇੰਜ ਲੱਗਾ ਜਿਵੇਂ ਉਸ ਦਾ ਗਲਾ ਬੰਦ ਹੋ ਗਿਆ ਹੋਵੇ। ਉਹ ਗਸ਼ ਖਾ ਕੇ ਭੁਏ ਤੇ ਡਿੱਗ ਪਿਆ ਤੇ ਉਸ ਨੂੰ ਦੰਦਲ ਪੈ ਗਈ। ਨੇੜੇ ਬੈਠੇ ਲੋਕ ਉਸ ਦੇ ਹੱਥਾਂ ਪੈਰਾਂ ਦੀਆਂ ਤਲੀਆਂ ਝੱਸਣ ਲੱਗ ਪਏ। ਜਦੋਂ ਕੁਝ ਦੇਰ ਬਾਅਦ ਉਸ ਨੂੰ ਹੋਸ਼ ਆਈ ਤਾਂ ਅਨੋਖ ਸਿੰਘ ਨੇ ਕਿਹਾ, ਸਾਈਂ ਹਾਸਲ ਕੁਝ ਜੀਰਾ ਕਰ, ਤੂੰ ਤਾਂ ਹੌਸਲਾ ਹੀ ਹਾਰ ਗਿਆ। ਅਸੀਂ ਕਿਹੜਾ ਵਿਲਾਇਤ ਚੱਲੇ ਆਂ, ਜਦੋਂ ਸੱਦ ਮਾਰੇਗਾ ਅਸੀਂ ਹਾਜ਼ਰ ਹੋ ਜਾਵਾਂਗੇ। ਸਰਦਾਰ ਜੀ, ਇਹ ਤਾਂ ਦਿਲ ਰਾਖਵੀਆਂ ਗੱਲਾਂ ਨੇ, ਅੱਜ ਦੇ ਵਿਛੜੇ ਸ਼ਾਇਦ ਕਿਆਮਤ ਨੂੰ ਮਿਲਾਂਗੇ। ਸਾਈਂ ਨੇ ਦਿਲ ਦੀ ਸਾਰੀ ਪੀੜ ਇਕੱਠੀ ਕਰਕੇ ਆਖਿਆ। ਸਰਗੀ ਦਾ ਤਾਰਾ ਅਸਮਾਨ ਦੀ ਬੁੱਕਲ 'ਚੋਂ ਮੂੰਹ ਕੱਢ ਰਿਹਾ ਸੀ ਜਦੋਂ ਚੱਕ 17 ਦੇ ਸਰਦਾਰਾਂ ਨੇ ਆਪਣੇ ਵਤਨ ਦੀ ਮਿੱਟੀ ਨੂੰ ਜਾਂਦੀ ਵਾਰੀ ਚੁੰਮਿਆ। ਬਾਬਾ ਸ਼ਫੀ ਮੁਹੰਮਦ ਦੱਸਦਾ ਹੈ ਕਿ 60 ਗੱਡਿਆਂ ਦਾ ਕਾਫਲਾ ਸੀ, ਜਿਨ੍ਹਾਂ 'ਚੋਂ 25 ਗੱਡੇ ਮੁਸਲਮਾਨਾਂ ਦੇ ਸਨ। ਕਿਸੇ ਨੇ ਅਨੋਖ ਸਿੰਘ ਨੂੰ ਕਿਹਾ, ਸਰਦਾਰ ਜੀ, ਤੁਸੀਂ ਦਿਨ ਦੇ ਚਾਨਣ ਵਿੱਚ ਜੱਥੇ ਟੋਰਨੇ ਸਨ। ਅਨੋਖ ਸਿੰਘ ਕਹਿੰਦਾ, ਭਲਿਆ ਲੋਕਾ, ਦਿਨ ਦੇ ਚਾਨਣ ਵਿੱਚ ਇਹ ਖੇਤ, ਘਰ ਤੇ ਗਲੀਆਂ ਸਾਡੇ ਪੈਰਾਂ ਦੀਆਂ ਜੰਜੀਰਾਂ ਬਣ ਜਾਣਗੀਆਂ। ਇਸ ਲਈ ਅਸੀਂ ਰਾਤ ਦੇ ਹਨੇਰੇ ਵਿੱਚ ਪਿੰਡ ਦੀ ਜੂਹ ਵਿੱਚੋਂ ਨਿਕਲ ਜਾਣਾ ਚਾਹੁੰਦੇ ਹਾਂ। ਪਿੰਡ ਦੇ ਮੁਸਲਮਾਨ ਜੱਥੇ ਦੇ ਅੱਗੇ ਪਿੱਛੇ ਹਰਾਵਲ ਦਸਤੇ ਦਾ ਕੰਮ ਕਰ ਰਹੇ ਸਨ। ਅਗਲੇ ਦਿਨ ਸੂਰਜ ਦੀਆਂ ਕਿਰਨਾਂ ਨੇ ਗੰਡਾ ਸਿੰਘ ਸਰਹੱਦ ਦਾ ਮਾਹੌਲ ਬਹੁਤ ਹੀ ਦਿਲ ਢਾਹੂ ਬਣਾਇਆ ਹੋਇਆ ਸੀ। ਜੱਥੇ ਦੇ ਅੱਗੇ ਪਿੱਛੇ ਹਰਾਵਲ ਦਸਤੇ ਦਾ ਕੰਮ ਕਰ ਰਹੇ ਸਨ। ਅਗਲੇ ਦਿਨ ਸੂਰਜ ਦੀਆਂ ਕਿਰਨਾਂ ਨੇ ਗੰਡਾ ਸਿੰਘ ਸਰਹੱਦ ਦਾ ਮਾਹੌਲ ਬਹੁਤ ਹੀ ਦਿਲ ਢਾਹੂ ਬਣਾਇਆ ਹੋਇਆ ਸੀ। ਹਰ ਪਾਸਿਓਂ ਆਪਣੇ ਪਿਆਰਿਆਂ ਦੇ ਗਲ ਲੱਗ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਅੱਜ ਆਖਰੀ ਵਾਰ ਦੇ ਮੇਲੇ ਹੋ ਰਹੇ ਸਨ। ਫਿਰ ਕਿਸੇ ਦੇ ਮਿਲਣ ਦੀ ਕੋਈ ਆਸ ਨਹੀਂ ਸੀ। ਸਿੱਖਾਂ ਅਤੇ ਹਿੰਦੂਆਂ ਦੇ ਪਿੰਡੋਂ ਜਾਣ ਤੋਂ ਬਾਅਦ ਇੰਜ ਲੱਗਦਾ ਸੀ ਜਿਵੇਂ ਪਿੰਡ ਦੀ ਰੂਹ ਹੀ ਨਿਕਲ ਗਈ ਹੋਵੇ। ਪਿੰਡ ਕਿਸੇ ਉਜਾੜ ਵਾਂਗ ਭਾਂ ਕਰ ਰਿਹਾ ਸੀ। ਪਿੰਡ ਵਿੱਚ ਛਾ ਗਈ ਬਦਹਾਲੀ ਸੱਜਣਾ ਨੂੰ ਪਾਰ ਟੋਰ ਕੇ, ਪਿੰਡ ਵਿੱਚ ਛਾ ਗਈ ਬਦਹਾਲੀ ਸੱਜਣਾ ਨੂੰ ਪਾਰ ਟੋਰ ਕੇ, ਗੱਡਾਂ ਆ ਗਈਆਂ ਖਾਲੀ ਮਿੱਤਰਾਂ ਨੂੰ ਪਾਰ ਟੋਰ ਕੇ, ਦਿਲ ਦੇ ਜਾਨੀ ਫਿਰ ਕਦੋਂ ਆਫਤਾਬ ਆਉਣਗੇ, ਅੱਖਾਂ ਅੱਜ ਤੱਕ ਨੇ ਸਵਾਲੀ ਪਿਆਰਿਆਂ ਨੂੰ ਪਾਰ ਟੋਰ ਕੇ। ਭਾਗ 6ਵਾਂ। ਵੀਰ ਜੀ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਬੁੱਤ ਜ਼ਰੂਰ ਜਾਇਓ। ਬੁੱਤ ਸਾਡਾ ਪਿੰਡ ਰਾਏਵਿੰਡ ਤੋਂ ਖਲੋ ਕੇ ਵੇਖੀਏ ਤਾਂ ਸਾਡੇ ਮਕਾਨ ਨਜ਼ਰੀ ਪੈਂਦੇ ਨੇ। ਮੇਰੇ ਦਾਦਾ ਜੀ ਜਵਾਲਾ ਸਿੰਘ ਹੋਰੀ ਮੁਸਲਮਾਨ ਬਣ ਗਏ ਸਨ। ਉਹ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਵਿੱਚ ਹੀ ਰਹਿ ਗਏ ਸਨ। ਮੁੱਦਤਾਂ ਤੋਂ ਉਹਨਾਂ ਦੇ ਪਰਿਵਾਰ ਦੀ ਸੁੱਖ ਸਾਂਦ ਦਾ ਕੋਈ ਸੁਨੇਹਾ ਨਹੀਂ ਆਇਆ। ਉਹਨਾਂ ਦੇ ਪਰਿਵਾਰ ਨੂੰ ਮਿਲਣ ਨੂੰ ਬੜਾ ਜੀਅ ਕਰਦਾ ਹੈ। ਮੇਰੇ ਦਾਦਾ ਜੀ ਉਸ ਇਲਾਕੇ ਦੇ ਸਫੈਦ ਪੋਸ਼ ਸਨ।
ਇਹ ਫੋਨ ਸਮੇਂ ਦੀਆਂ ਕਾਲੀਆਂ ਰਾਤਾਂ ਵਿੱਚ ਗੁਆਚਣ ਵਾਲੇ ਸਰਦਾਰ ਤਾਬਾ ਸਿੰਘ ਦੇ ਪੋਤਰੇ ਸੁਰਜਨ ਸਿੰਘ ਦਾ ਸੀ, ਜਿਹੜੇ ਅੱਜ ਕੱਲ੍ਹ ਫਰੀਦਕੋਟ ਨੇੜਲੇ ਪਿੰਡ ਮਹਿਮੂ ਆਣੇ ਰਹਿ ਰਹੇ ਸਨ। ਸ਼ਾਇਦ ਸਰਦਾਰ ਸੁਰਜਨ ਸਿੰਘ ਵੀ ਆਪਣੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਨਹੀਂ ਰੱਖਦੇ। ਬਸ ਉਹਨਾਂ ਨੂੰ ਇੰਨਾ ਯਾਦ ਹੈ ਕਿ ਉਹਨਾਂ ਦੇ ਮਕਾਨ ਰਾਏਵਿੰਡ ਤੋਂ ਨਜ਼ਰ ਆ ਜਾਂਦੇ ਨੇ। ਆਓ ਮੈਂ ਤੁਹਾਨੂੰ ਇਸ ਪਰਿਵਾਰ ਨਾਲ ਮਿਲਾਉਂਦਾ ਹਾਂ। ਸਾਡੇ ਪਿੰਡ ਤੋਂ 24 ਕਿਲੋਮੀਟਰ ਦੂਰ ਬੁੱਤ ਨਾਂ ਦਾ ਇੱਕ ਪਿੰਡ ਹੈ, ਜਿਹੜਾ ਰਾਏਵਿੰਡ ਤੋਂ ਕੋਈ 8 ਕੋਹ ਦੇ ਪੈਂਡੇ ਤੇ ਪੱਛਮ ਵੱਲ ਪੈਂਦਾ ਹੈ। ਕੋਟ ਰਾਧਾ ਕਿਸ਼ਨ ਤੋਂ ਲਗਭਗ 10 ਕਿਲੋਮੀਟਰ ਦੱਖਣ ਵਾਲੇ ਪਾਸੇ ਹੈ। ਬੁੱਤ ਤੋਂ ਲਗਭਗ 8 ਕਿਲੋਮੀਟਰ ਦੇ ਫਾਸਲੇ ਤੇ ਭਾਈ ਫੇਰੂ ਵਾਕਿਆ ਹੈ। ਭਾਈ ਫੇਰੂ ਦਾ ਨਵਾਂ ਨਾਂ ਫੂਲ ਨਗਰ ਰੱਖਿਆ ਗਿਆ ਹੈ। ਸਰਦਾਰ ਸੁਰਜਨ ਸਿੰਘ ਦੇ ਫੋਨ ਕਰਨ ਤੇ ਕਈ ਮਿੱਤਰਾਂ ਨਾਲ ਸੰਪਰਕ ਕੀਤਾ ਕਿ ਬੁੱਤ ਚੱਲਣਾ, ਪਰ ਕਿਸੇ ਨੇ ਵੀ ਹਾਮੀ ਨਾ ਭਰੀ। ਸਭ ਤੋਂ ਪਹਿਲਾਂ ਲਿਆਕਤ ਜੱਟ ਨਾਲ ਪ੍ਰੋਗਰਾਮ ਬਣਾਇਆ, ਕਿਉਂਕਿ ਉਸ ਦਾ ਦਾਦਾ ਖਿਉਣਾ ਬੁੱਤ ਦਾ ਹੀ ਰਹਿਣ ਵਾਲਾ ਸੀ ਤੇ ਸਿੱਖ ਤੋਂ ਮੁਸਲਮਾਨ ਬਣਿਆ ਸੀ। ਖਿਉਣੇ ਦਾ ਪੁੱਤਰ ਸਰਦਾਰ ਮੁਹੰਮਦ ਸੀ। ਇਹਨਾਂ ਦੀ ਇੱਕ ਮੁਰੱਬਾ ਭੋਏ ਚੱਕ ਨੰਬਰ 17 ਵਿੱਚ ਸੀ। ਇਹ ਪਰਿਵਾਰ ਵੀ ਸੁਰਜਨ ਸਿੰਘ ਹੋਰਾਂ ਦੇ ਸ਼ਰੀਕੇ 'ਚੋਂ ਹੀ ਹੈ। ਜਦੋਂ ਮੈਂ ਵੇਖਿਆ ਕਿ ਲਿਆਕਤ ਮੇਰੇ ਨਾਲ ਨਹੀਂ ਜਾਵੇਗਾ ਤਾਂ ਮੈਂ ਰਹਿਮਤ ਅੰਸਾਰੀ ਨੂੰ ਮਿਲਿਆ, ਪਰ ਉਸਨੇ ਵੀ ਕੋਈ ਪੱਲਾ ਨਾ ਫੜਾਇਆ। ਪਰ ਮੈਨੂੰ ਚੈਨ ਕਿੱਥੇ, ਮੇਰੇ ਕੰਨਾਂ 'ਚ ਹਰ ਵੇਲੇ ਸਰਦਾਰ ਸੁਰਜਨ ਸਿੰਘ ਹੋਰਾਂ ਦੀ ਆਵਾਜ਼ ਗੂੰਜਦੀ ਰਹਿੰਦੀ ਸੀ ਕਿ ਵੀਰ ਜੀ, ਇੱਕ ਵਾਰ ਸਾਡੇ ਪਿੰਡ ਬੁੱਤ ਜ਼ਰੂਰ ਜਾਇਓ। ਇੱਕ ਦਿਨ ਚੱਕ ਨੰਬਰ 15 ਵਾਲੇ ਮਾਸਟਰ ਕਰਾਮਤ ਅਲੀ ਹੋਰਾਂ ਦੇ ਭਰਾ ਮਾਸਟਰ ਮਨਜੂਰ ਸਾਹਿਬ ਮੈਨੂੰ ਮਿਲਣ ਆਏ। ਮੈਂ ਆਪਣੀ ਪਰੇਸ਼ਾਨੀ ਉਹਨਾਂ ਨਾਲ ਸਾਂਝੀ ਕੀਤੀ। ਮੈਂ ਉਹਨਾਂ ਕੋਲ ਬੁੱਤ ਜਾਣ ਬਾਰੇ ਗੱਲ ਛੇੜੀ, ਕਿਉਂਕਿ ਮੈਨੂੰ ਪਤਾ ਸੀ ਕਿ ਸੁਰਜਨ ਸਿੰਘ ਹੋਰਾਂ ਦੇ ਮਹਿਲਾਂ 'ਚ ਮਨਜੂਰ ਨੰਬਰਦਾਰ ਅਰਾਈ ਕਿੱਲੀ ਵਾਲੇ, ਇਹਨਾਂ ਦਾ ਪਿਛਲਾ ਪਿੰਡ ਫਰੀਦਕੋਟ ਨੇੜੇ ਕਿੱਲੀ ਸੀ ਅਤੇ ਇਹ ਉਸ ਪਿੰਡ ਦੇ ਤਗੜੇ ਬੰਦੇ ਸਨ। ਬੈਠੇ ਹੋਏ ਹਨ। ਉਹਨਾਂ ਦੀ ਭੈਣ ਚੱਕ ਨੰਬਰ 15 'ਚ ਨੰਬਰਦਾਰ ਸਫੀ ਮੁਹੰਮਦ ਨਾਲ ਵਿਆਹੀ ਹੋਈ ਹੈ। ਸਵੇਰੇ 7 ਵਜੇ ਮੈਂ ਤੇ ਮਾਸਟਰ ਮਨਜੂਰ ਚੱਕ ਵਾਲੇ 18 ਵਾਲੇ ਚੌਂਕ ਵਿੱਚ ਇਕੱਠੇ ਹੋ ਗਏ। ਮਨਜੂਰ ਸਾਹਿਬ ਕੋਲ ਇੱਕ ਪੁਰਾਣਾ ਜਿਹਾ ਮੋਟਰਸਾਈਕਲ ਹੈ। ਉਸ ਵਿੱਚ 1 ਲੀਟਰ ਤੇਲ ਪਵਾਇਆ ਤੇ ਬੁੱਤ ਵੱਲ ਚਾਲੇ ਪਾ ਦਿੱਤੇ। ਪਿੰਡ ਵਿੱਚ ਸਾਡੇ ਦੋਹਾਂ ਦੀ ਕਿਸੇ ਨਾਲ ਕੋਈ ਖਾਸ ਜਾਣ ਪਛਾਣ ਨਹੀਂ ਸੀ। ਪਿੰਡ ਦੇ ਰਸਤੇ ਤੇ ਜਾ ਕੇ ਅਸੀਂ ਮੋਟਰਸਾਈਕਲ ਤੋਂ ਉਤਰ ਗਏ। ਰਸਤਾ ਇਸ ਲਈ ਲਿਖਿਆ ਹੈ ਕਿਉਂਕਿ ਉੱਥੇ ਜਾ ਕੇ 3 ਰਾਹ ਹੋ ਜਾਂਦੇ ਹਨ। ਇੱਕ ਰਸਤਾ ਕੋਟ ਰਾਧਾ ਕਿਸ਼ਨ ਤੋਂ ਭਾਈ ਫੇਰੂ ਜਾਣ ਵਾਲੀ ਸੜਕ ਤੇ ਆਣ ਚੜ੍ਹਦਾ ਹੈ। ਦੂਜਾ ਬਘਿਆੜਮਾਰ ਪਿੰਡ ਨੂੰ ਚਲਾ ਜਾਂਦਾ ਹੈ। ਤੀਜਾ ਰਸਤਾ ਸਰਦਾਰ ਸੁਰਜਨ ਸਿੰਘ ਦੇ ਮਹਿਲਾਂ ਨੂੰ ਜਾਂਦਾ ਹੈ। ਦੱਖਣੀ ਪੱਖ ਤੇ ਚੌਧਰੀ ਮਨਜੂਰ ਨੰਬਰਦਾਰ ਹੋਰਾਂ ਦਾ ਡੇਰਾ ਹੈ, ਜਿਹੜਾ ਕਦੇ ਸੁਰਜਨ ਸਿੰਘ ਹੋਰਾਂ ਦਾ ਹੁੰਦਾ ਸੀ। ਮਨਜੂਰ ਸਾਹਿਬ ਨੇ ਆਪਣੇ ਮੋਬਾਈਲ ਤੋਂ ਮੁਹੰਮਦ ਰਫੀਕ ਹੋਰਾਂ ਦਾ ਨੰਬਰ ਮਿਲਾ ਕੇ ਕਿਹਾ ਕਿ ਅਸੀਂ ਬੁੱਤ ਪਹੁੰਚ ਗਏ ਹਾਂ, ਇਸ ਵੇਲੇ ਤੇਰੇ ਡੇਰੇ ਦੇ ਸਾਹਮਣੇ ਖੜੇ ਹਾਂ। ਉਸਨੇ ਅੱਗੋਂ ਆਖਿਆ ਕਿ ਉਹ ਤਾਂ ਰਾਏਵਿੰਡ ਹੈ, ਪਰ ਘਰ ਵਿੱਚ ਉਸ ਦਾ ਪੁੱਤਰ ਸਹਿਜਾਦ ਜੀ ਆਇਆ ਕਹਿਣ ਲਈ ਮੌਜੂਦ ਹੈ। ਉਸਨੇ ਆਪਣੇ ਪੁੱਤਰ ਨੂੰ ਫੋਨ ਕਰਕੇ ਸਾਡੇ ਬਾਰੇ ਦੱਸਿਆ। 5 ਮਿੰਟ ਬਾਅਦ ਇੱਕ ਜਵਾਨ ਮੁੰਡਾ ਸਾਡੇ ਵੱਲ ਤੁਰਿਆ ਆ ਰਿਹਾ ਸੀ। ਰਸਮੀ ਗੱਲਬਾਤ ਤੋਂ ਬਾਅਦ ਉਹ ਸਾਨੂੰ ਆਪਣੀ ਬੈਠਕ ਵਿੱਚ ਲੈ ਗਿਆ। ਚਾਹ ਪਾਣੀ ਤੋਂ ਬਾਅਦ ਉਸਨੇ ਸਾਡੇ ਆਉਣ ਦਾ ਮਕਸਦ ਪੁੱਛਿਆ। ਲੇਖਕ ਨੇ ਆਪਣੀ ਜਾਣ ਪਛਾਣ ਕਰਾਉਂਦਿਆਂ ਦੱਸਿਆ ਕਿ ਮੈਨੂੰ ਮੁਹੰਮਦ ਜ਼ਕਰੀਆ ਆਫਤਾਬ ਕਹਿੰਦੇ ਨੇ। ਅੱਜ ਕੱਲ੍ਹ ਸਪੋਕਸਮੈਨ 'ਚ ਲਿਖ ਰਿਹਾ ਹਾਂ। ਵਿਛੜਿਆਂ ਨੂੰ ਮਿਲਾਉਣ ਦਾ ਭੂਤ ਮੇਰੇ ਸਿਰ 'ਤੇ ਸਵਾਰ ਹੈ। ਮੈਂ ਸਹਿਜਾਦ ਤੋਂ ਪੁੱਛਿਆ ਕਿ ਤੁਹਾਡੇ ਪਿੰਡ ਵਿੱਚ ਵੰਡ ਤੋਂ ਪਹਿਲਾਂ ਸਰਦਾਰ ਸੁਰਜਨ ਸਿੰਘ ਹੋਰਾਂ ਦਾ ਪਰਿਵਾਰ ਰਹਿੰਦਾ ਸੀ। ਉਹਨਾਂ ਦਾ ਦਾਦਾ ਜਵਾਲਾ ਸਿੰਘ ਮੁਸਲਮਾਨ ਬਣ ਗਿਆ ਸੀ। ਵੰਡ ਤੋਂ ਬਾਅਦ ਸੁਰਜਨ ਸਿੰਘ ਹੋਰੀ ਤਾਂ ਭਾਰਤ ਚਲੇ ਗਏ, ਪਰ ਜਵਾਲਾ ਸਿੰਘ ਦੀਨ ਮੁਹੰਮਦ ਹੋਰਾਂ ਦਾ ਪਰਿਵਾਰ ਇੱਥੇ ਹੀ ਰਹਿ ਗਿਆ ਸੀ। ਪਿਛਲੇ 63 ਵਰ੍ਹਿਆਂ ਤੋਂ ਉਹਨਾਂ 'ਚ ਕੋਈ ਸੰਪਰਕ ਨਹੀਂ ਹੋਇਆ। ਜੇ ਤੁਹਾਨੂੰ ਕੋਈ ਜਾਣਕਾਰੀ ਹੋਵੇ ਤਾਂ ਸਾਡੀ ਸਹਾਇਤਾ ਕਰੋ। ਸਹਿਜਾਦ ਨੇ ਦੱਸਿਆ, ਮੇਰੇ ਪੜਦਾਦਾ ਮੁਸਲਮਾਨ ਹੋਏ ਸਨ, ਪਰ ਸਾਡੇ ਪਰਿਵਾਰ 'ਚੋਂ ਕੋਈ ਵੀ ਭਾਰਤ ਨਹੀਂ ਗਿਆ। ਲੇਖਕ ਨੇ ਸਹਿਜਾਦ ਦੀ ਸੁਰਜਨ ਸਿੰਘ ਨਾਲ ਗੱਲ ਕਰਵਾਈ, ਪਰ ਉਹ 28 ਵਰ੍ਹਿਆਂ ਦਾ ਮੁੰਡਾ ਸਾਡੀ ਕੋਈ ਮਦਦ ਨਾ ਕਰ ਸਕਿਆ। ਸਹਿਜਾਦ ਨੇ ਦੱਸਿਆ ਕਿ ਉਹ ਸਾਹਮਣੇ ਤੇਲ ਦੀ ਦੁਕਾਨ ਹੈ, ਉਹਨਾਂ ਦੇ ਰਿਸ਼ਤੇਦਾਰ ਹਿੰਦੁਸਤਾਨ ਚਲੇ ਗਏ ਸਨ। ਸ਼ਾਇਦ ਉਹ ਨਾ ਹੋਣ। ਉਸ ਦੁਕਾਨ ਤੇ 20-30 ਸਾਲ ਦਾ ਮੋਹਸਨ ਨਾਂ ਦਾ ਮੁੰਡਾ ਬੈਠਾ ਸੀ। ਦੁਆ ਸਲਾਮ ਤੋਂ ਬਾਅਦ ਲੇਖਕ ਨੇ ਕਿਹਾ, ਅਸੀਂ ਦੀਨ ਮੁਹੰਮਦ ਦੇ ਘਰਾਣੇ ਦੇ ਕਿਸੇ ਬੰਦੇ ਨੂੰ ਮਿਲਣਾ ਚਾਹੁੰਦੇ ਹਾਂ। ਮੋਹਸਨ ਨੇ
ਆਖਿਆ, ਦੀਨ ਮੁਹੰਮਦ ਮੇਰਾ ਪੜਦਾਦਾ ਸੀ, ਹੁਕਮ ਕਰੋ। ਤੁਸੀਂ ਖੈਰ ਨਾਲ ਆਏ ਜੇ। ਅਸੀਂ ਉਸ ਨੂੰ ਫਿਰ ਸਾਰੀ ਕਹਾਣੀ ਸੁਣਾਈ। ਉਹ ਕਹਿਣ ਲੱਗਾ, ਮੈਨੂੰ ਇਲਮ ਨਹੀਂ, ਠਹਿਰ ਜਾਓ, ਮੈਂ ਆਪਣੇ ਅੱਬਾ ਨੂੰ ਬੁਲਾਉਂਦਾ ਹਾਂ। ਉਸਨੇ ਆਪਣੇ ਭਰਾ ਬਾਸਤ ਨੂੰ ਭੇਜ ਕੇ ਆਪਣੇ ਪਿਤਾ ਮੁਸ਼ਤਾਕ ਨੂੰ ਬੁਲਾ ਲਿਆ। ਲੇਖਕ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ। ਸਾਨੂੰ ਸ਼ੱਕ ਦੀ ਨਿਗਾਹ ਨਾਲ ਵੇਖਦਿਆਂ ਚੌਧਰੀ ਮੁਸ਼ਤਾਕ ਹੋਰਾਂ ਨੇ ਆਖਿਆ, ਹਿੰਦੁਸਤਾਨ 'ਚ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਤੇ ਨਾ ਹੀ ਅਸੀਂ ਕਿਸੇ ਸੁਰਜਨ ਸਿੰਘ ਨੂੰ ਜਾਣਦੇ ਹਾਂ। ਇਹ ਗੱਲ ਸੁਣ ਕੇ ਮੇਰਾ ਯਕੀਨ ਹੀ ਟੁੱਟ ਗਿਆ। ਮੈਂ ਬੜਾ ਮਾਣ ਕਰਕੇ ਆਇਆ ਸੀ, ਪਰ ਇੱਥੇ ਤਾਂ ਉਲਟੀ ਗੰਗਾ ਵਗ ਰਹੀ ਸੀ। ਮੈਂ ਆਖਿਆ, ਆਪਣੇ ਦਿਮਾਗ 'ਤੇ ਜ਼ੋਰ ਪਾਓ, ਸ਼ਾਇਦ ਤੁਹਾਨੂੰ ਕੁਝ ਯਾਦ ਆ ਜਾਵੇ। ਪਰ ਉਹਨਾਂ ਮੇਰੀ ਗੱਲ ਸੁਣੀ ਅਣਸੁਣੀ ਕਰ ਦਿੱਤੀ। ਮੈਂ ਮਹਿਸੂਸ ਕੀਤਾ ਕਿ ਸ਼ਾਇਦ ਚੌਧਰੀ ਮੁਸ਼ਤਾਕ ਸਾਨੂੰ ਨੌਸਰਬਾਜ਼ ਸਮਝ ਰਿਹਾ ਹੈ, ਇਸ ਲਈ ਸਾਡੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰ ਰਿਹਾ। ਮੇਰੇ ਕੋਲ ਸਪੋਕਸਮੈਨ ਦੀ ਇੱਕ ਕਾਪੀ ਸੀ। ਮੈਂ ਉਹਨਾਂ ਨੂੰ ਅਖਬਾਰ ਵਿਖਾਉਂਦਿਆਂ ਕਿਹਾ, ਆਹ ਮੇਰੀ ਤਸਵੀਰ ਲੱਗੀ ਏ। ਅਖਬਾਰ ਫੜ ਕੇ ਮੁਸ਼ਤਾਕ ਕਹਿਣ ਲੱਗਾ, ਇਹ ਤਾਂ ਉਹ ਗੱਲ ਹੋਈ ਕਿ ਲਿਖੇ ਮੂਸੇ ਤੇ ਪੜ੍ਹੇ ਖੁਦਾ। ਹਰ ਤਰ੍ਹਾਂ ਦੀ ਤਸੱਲੀ ਕਰਨ ਤੋਂ ਬਾਅਦ ਆਪਣੇ ਪੁੱਤਰਾਂ ਨੂੰ ਆਖਣ ਲੱਗਾ, ਓਏ ਮੁੰਡਿਓ, ਕੁਰਸੀਆਂ ਚੁੱਕ ਕੇ ਲਿਆਓ। ਤੁਸੀਂ ਵੇਖਦੇ ਨਹੀਂ ਕਿ ਤੁਹਾਡੇ ਕੋਲ ਇੱਕ ਪੱਤਰਕਾਰ ਤੇ ਇੱਕ ਮਾਸਟਰ ਖਲੋਤਾ ਹੈ। ਫਰਿੱਜ 'ਚੋਂ ਕੱਢ ਕੇ ਇਹਨਾਂ ਨੂੰ ਠੰਡੀਆਂ ਬੋਤਲਾਂ ਪਿਆਓ। ਮੈਂ ਆਖਿਆ, ਅਸੀਂ ਉਨੀ ਦੇਰ ਕੋਈ ਚੀਜ਼ ਨਹੀਂ ਖਾਣੀ ਜਿੰਨੀ ਦੇਰ ਤੁਸੀਂ ਸਰਦਾਰ ਸੁਰਜਨ ਸਿੰਘ ਹੋਰਾਂ ਦੇ ਰਿਸ਼ਤੇਦਾਰ ਹੋਣ ਦਾ ਇਕਰਾਰ ਨਹੀਂ ਕਰ ਲੈਂਦੇ। ਉਹ ਕੋਈ ਪਾਗਲ ਤਾਂ ਨਹੀਂ ਜਿਹੜਾ ਵਾਰ-ਵਾਰ ਕਹਿੰਦਾ ਹੈ ਕਿ ਦੀਨ ਮੁਹੰਮਦ ਮੇਰੇ ਦਾਦਾ ਜੀ ਸਨ। ਜਾਂ ਫਿਰ ਤੁਸੀਂ ਆਖ ਦਿਓ ਕਿ ਦੀਨ ਮੁਹੰਮਦ ਤੁਹਾਡਾ ਕੁਝ ਨਹੀਂ ਲੱਗਦਾ। ਮੁਸ਼ਤਾਕ ਨੇ ਜਦੋਂ ਵੇਖਿਆ ਕਿ ਇਹਨਾਂ ਦੇ ਰਿਸ਼ ਜੱਫੇ 'ਚੋਂ ਜਾਨ ਛਡਾਉਣੀ ਮੁਸ਼ਕਿਲ ਹੈ ਤਾਂ ਉਸਨੇ ਆਪਣੇ ਪੁੱਤਰ ਬਾਸਤ ਨੂੰ ਕਿਹਾ, ਜਾ ਆਪਣੇ ਬਾਬੇ ਰਹਿਮਤ ਨੂੰ ਬੁਲਾ ਕੇ ਲਿਆ, ਉਹੀ ਇਹਨਾਂ ਦੇ ਪਿੜ ਪੱਲੇ ਕੁਝ ਪਾਵੇਗਾ। ਕੁਝ ਹੀ ਪਲਾਂ ਵਿੱਚ ਬਾਬਾ ਰਹਿਮਤ ਵੀ ਪਹੁੰਚ ਗਿਆ। ਮੈਂ ਬਾਬੇ ਰਹਿਮਤ ਨੂੰ ਫਿਰ ਸਾਰੀ ਗੱਲ ਦੱਸੀ। ਬਾਬੇ ਨੇ ਆਖਿਆ, ਸੁਰਜਨ ਸਿੰਘ ਨੂੰ ਮੈਂ ਨਹੀਂ ਜਾਣਦਾ, ਕੋਈ ਹੋਰ ਨਾਂ ਲੈ। ਮੈਂ ਨਾਂ ਲੈਣੇ ਸ਼ੁਰੂ ਕੀਤੇ, ਤਾਬਾ ਸਿੰਘ, ਬਹਾਲ ਸਿੰਘ, ਵਰਿਆਮ ਸਿੰਘ, ਜਵਾਲਾ ਸਿੰਘ। ਜਦੋਂ ਮੈਂ ਜਵਾਲਾ ਸਿੰਘ ਤੇ ਪੁੱਜਾ ਤਾਂ ਬਾਬਾ ਰਹਿਮਤ ਬੋਲਿਆ, ਬਸ ਹੁਣ ਚੁੱਪ ਕਰ ਜਾ, ਸਾਰੀ ਗੱਲ ਹੁਣ ਮੇਰੀ ਸਮਝ ਵਿੱਚ ਆ ਗਈ ਏ। ਜਵਾਲਾ ਸਿੰਘ ਮੇਰਾ ਦਾਦਾ ਸੀ ਤੇ ਉਸਨੇ ਮੁਸਲਮਾਨ ਬਣ ਕੇ ਆਪਣਾ ਨਾਂ ਦੀਨ ਮੁਹੰਮਦ ਰੱਖ ਲਿਆ ਸੀ। ਬਾਬਾ ਰਹਿਮਤ ਦੀ ਉਮਰ ਵੀ ਹੁਣ 100 ਸਾਲ ਦੇ ਨੇੜੇ ਹੈ। ਥੋੜ੍ਹਾ ਜਿਹਾ ਉੱਚਾ ਸੁਣਨ ਤੋਂ ਇਲਾਵਾ ਨੈਣ ਪ੍ਰੈਣ ਠੀਕ ਹਨ। ਬਾਬੇ ਰਹਿਮਤ ਨੇ 63 ਸਾਲ ਪੁਰਾਣੀਆਂ ਯਾਦਾਂ ਪਲਾਂ ਵਿੱਚ ਹੀ ਤਾਜ਼ੀਆਂ ਕਰ ਦਿੱਤੀਆਂ। ਸਫੀ ਮੁਹੰਮਦ ਵਾਂਗ ਬਾਬੇ ਰਹਿਮਤ ਦੀ ਯਾਦਾਂ ਦੀ ਪਟਾਰੀ ਅੱਜ ਵੀ ਸੱਜ ਵਿਆਹੀ ਦੇ ਕਲੀਰੀਆਂ ਵਰਗੀ ਹੈ। ਇੱਕ ਦਿਨ ਮੈਂ ਤੇ ਬਾਬਾ ਸ਼ਫੀ ਮੁਹੰਮਦ ਬੈਠੇ ਸਾਂ। ਮੈਂ ਪੁੱਛਿਆ, ਬਾਬਾ ਜੀ, ਬੁੱਤ ਦੇ ਵੀ ਕਿਸੇ ਸਰਦਾਰ ਨੂੰ ਜਾਣਦੇ ਹੋ? ਕਹਿਣ ਲੱਗੇ, ਕਿਉਂ ਨਹੀਂ, ਬੁੱਤ ਵਿੱਚ ਸਭ ਤੋਂ ਪਹਿਲਾਂ ਪੰਜਾਬ ਸਿੰਘ ਦੇ ਪੁੱਤਰਾਂ ਨੇ ਕੋਠੀਆਂ ਬਣਾਈਆਂ ਸਨ ਜੋ ਬੜੀ ਦੂਰੋਂ ਨਜ਼ਰ ਆਉਂਦੀਆਂ ਸਨ। ਉਹਨਾਂ ਦੀ ਇੱਕ ਮੁਰੱਬਾ ਭੋਏ ਆਪਣੇ ਪਿੰਡ ਵੀ ਸੀ। ਚੱਕ ਨੰਬਰ 17 ਵਾਂਗ ਬੁੱਤ ਦਾ ਵੀ ਸਾਰਾ ਰਕਬਾ ਸਿੱਖਾਂ ਦਾ ਸੀ। ਅੰਗਰੇਜ਼ ਰਾਜ ਵਿੱਚ ਜਦੋਂ 1876 ਨੇੜੇ ਚੱਕਬੰਦੀ ਹੋਈ ਤਾਂ ਬੁੱਤ ਦੇ ਸਿੱਖ ਘਰਾਣਿਆਂ ਅਨੋਖ ਸਿੰਘ, ਲਾਲ ਸਿੰਘ, ਜਿਊਣ ਸਿੰਘ ਹੋਰਾਂ ਦੇ ਨਾਲ ਪੰਜਾਬ ਸਿੰਘ ਹੋਰਾਂ ਨੂੰ ਵੀ ਕੁਝ ਰਕਬਾ ਅਲਾਟ ਹੋਇਆ। ਬੁੱਤ ਵਿੱਚ 2 ਵੱਡੇ ਸਿੱਖ ਪਰਿਵਾਰ ਆਬਾਦ ਸਨ। ਪੰਜਾਬ ਸਿੰਘ ਸਫੈਦਪੋਸ਼ ਦਾ ਪਰਿਵਾਰ ਭਾਰੂਕੇ ਵੱਜਦਾ ਸੀ ਤੇ ਜਵਾਲਾ ਸਿੰਘ ਦਾ ਪਰਿਵਾਰ ਕਾਲੇ ਕੀ ਅਖਵਾਉਂਦਾ ਸੀ। ਜਵਾਲਾ ਸਿੰਘ ਇਸਲਾਮ ਕਬੂਲ ਕਰਕੇ ਦੀਨ ਮੁਹੰਮਦ ਬਣ ਗਿਆ ਸੀ, ਪਰ ਧਰਮ ਬਦਲੀ ਦੋਵਾਂ ਪੱਤੀਆਂ 'ਚ ਕਦੇ ਵੀ ਅੜਿੱਕਾ ਨਾ ਬਣੀ। ਅਖੀਰ ਤੱਕ ਇਹਨਾਂ ਦੀਆਂ ਖੁਸ਼ੀਆਂ ਅਤੇ ਗਮ ਸਾਂਝੇ ਹੀ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ 2 ਭਰਾ ਮੁਖਾ ਸਿੰਘ ਅਤੇ ਬੁੱਧ ਸਿੰਘ ਪਿੰਡ ਬੁੱਤ ਵਿੱਚ ਆ ਕੇ ਆਬਾਦ ਹੋਏ ਸਨ, ਜਿਸ ਤੋਂ ਪਿੰਡ ਵਿੱਚ ਸਿੱਖ ਘਰਾਣਿਆਂ ਦੀ ਸ਼ੁਰੂਆਤ ਹੋਈ। ਪੰਜਾਬ ਸਿੰਘ ਨੂੰ ਅੰਗਰੇਜ਼ਾਂ ਨੇ ਸਫੈਦਪੋਸ਼ ਦਾ ਖਿਤਾਬ ਦਿੱਤਾ ਸੀ। ਉਸ ਤੋਂ ਬਾਅਦ ਤਾਬਾ ਸਿੰਘ ਨੂੰ ਵੀ ਇਸੇ ਖਿਤਾਬ ਨਾਲ ਨਿਵਾਜਿਆ ਗਿਆ। ਪੰਜਾਬ ਸਿੰਘ ਤੇ ਪ੍ਰਤਾਪ ਸਿੰਘ ਹੋਰੀ 2 ਭਰਾ ਸਨ। ਪੰਜਾਬ ਸਿੰਘ ਦੇ ਪੁੱਤਰ ਦਾ ਨਾਂ ਤਾਬਾ ਸਿੰਘ ਸੀ ਤੇ ਪ੍ਰਤਾਪ ਸਿੰਘ ਦੇ ਪੁੱਤਰ ਦਾ ਨਾਂ ਵੀ ਤਾਬਾ ਸਿੰਘ ਸੀ। ਤਾਬਾ ਸਿੰਘ ਦਾ ਪੁੱਤਰ ਬਹਾਲ ਸਿੰਘ ਹੈ। ਬਹਾਲ ਸਿੰਘ ਦੇ 6 ਪੁੱਤਰ ਹੋਏ, ਜਿਨ੍ਹਾਂ ਚੋਂ 3 ਚਲਾਣਾ ਕਰ ਗਏ ਤੇ ਸੁਰਜਨ ਸਿੰਘ ਤੇ ਬਾਕੀ ਜਿਉਂਦੇ ਹਨ। ਬੁੱਤ ਤੋਂ ਥੋੜ੍ਹੀ ਦੂਰ ਰੱਖ ਬਾਂਦਰਾਂ ਵਾਲੀ ਹੈ। ਇਸ ਰੱਖ ਦਾ ਰਕਬਾ 700 ਕਿੱਲੇ ਸੀ। ਇਸ ਦਾ ਅੱਧਾ ਰਕਬਾ ਸਫੈਦਪੋਸ਼ ਪਰਿਵਾਰ ਦਾ ਸੀ, ਬਾਕੀ ਦਾ ਅੱਧਾ ਸਾਰੇ ਪਿੰਡ ਦਾ ਸੀ। ਪਰਿਵਾਰ ਦੀ ਲੰਮੀ ਚੌੜੀ ਜਗੀਰ ਤੇ ਹੋਰ ਕਾਰੋਬਾਰ ਸਨ। ਇਸ ਇਲਾਕੇ ਵਿੱਚ ਫੌਜ ਨੇ ਡੇਰੇ ਲਾਏ ਹੋਏ ਸਨ। ਫੌਜ ਦਾ ਕੈਂਪ ਦਾ ਨਾਂ ਕੱਚੀ ਲਾਈਨ ਰੱਖਿਆ ਗਿਆ ਸੀ। ਤਾਬਾ ਸਿੰਘ ਨੇ ਆਪਣੇ ਰਸੂਖ ਨਾਲ ਉਸ ਕੈਂਪ ਨੂੰ ਖਤਮ ਕਰਵਾ ਦਿੱਤਾ ਸੀ।
ਹੁਣ ਉੱਥੇ ਕੱਚੀ ਲਾਈਨ ਨਾਂ ਦਾ ਪਿੰਡ ਆਬਾਦ ਹੈ। ਇਲਾਕੇ ਦੇ ਛੋਟੇ ਵੱਡੇ ਫੈਸਲੇ ਸਫੈਦ ਪੋਸਾਂ ਦੀ ਹਵੇਲੀ ਵਿੱਚ ਹੀ ਹੁੰਦੇ ਸਨ। ਇੱਥੋਂ ਤੱਕ ਕਿ ਸੂਬੇ ਦੀ ਹਾਈ ਕੋਰਟ ਵੀ ਇਸ ਇਲਾਕੇ ਦੇ ਕੇਸ ਹੱਲ ਕਰਨ ਲਈ ਸਫੈਦ ਪੋਸ਼ਾਂ ਨੂੰ ਦੇ ਦਿੰਦੀ ਸੀ। ਤਾਬਾ ਸਿੰਘ ਦੇ 2 ਪੁੱਤਰ ਸੰਗ ਵਰਿਆਮ ਸਿੰਘ ਤੇ ਬਹਾਲ ਸਿੰਘ। ਸਰਦਾਰ ਤਾਬਾ ਸਿੰਘ ਨੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਅਤੇ ਭਾਈ ਫੇਰੂ ਵਿੱਚ ਮਿਡਲ ਸਕੂਲ ਬਣਵਾਇਆ ਤਾਂ ਕਿ ਇਲਾਕੇ ਦੇ ਬੱਚੇ ਤਾਲੀਮ ਹਾਸਲ ਕਰ ਸਕਣ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਤਾਬਾ ਸਿੰਘ ਨੂੰ ਸਿੱਖਿਆ ਨਾਲ ਕਿੰਨਾ ਪਿਆਰ ਸੀ। ਹਾਲਾਂਕਿ ਵਡੇਰੇ ਆਪਣੇ ਪਿੰਡਾਂ ਵਿੱਚ ਸਕੂਲ ਨਹੀਂ ਬਣਨ ਦਿੰਦੇ ਕਿਉਂਕਿ ਜੋ ਲੋਕ ਪੜ੍ਹ ਲਿਖ ਗਏ ਤਾਂ ਉਹਨਾਂ ਦੀ ਗੁਲਾਮੀ ਕੌਣ ਕਰੇਗਾ। ਇਹਨਾਂ ਘਰਾਂ ਨੇ ਮਿਲ ਕੇ ਇੱਟਾਂ ਦਾ ਪੱਠਾ ਲਾਇਆ। ਉਸ ਪੱਠੇ ਦੀਆਂ ਇੱਟਾਂ ਨਾਲ ਮਹਿਲ ਬਣਾਏ ਗਏ ਸਨ ਜਿਨ੍ਹਾਂ ਚੋਂ ਹਾਲੇ ਵੀ ਖੜੇ ਸਨ। ਤੀਜਾ ਮਹਿਲ ਮਿਊ ਜਾਤ ਦੇ ਮੁਸਲਮਾਨਾਂ ਨੇ ਢਾਹ ਕੇ ਮਕਾਨ ਬਣਾ ਲਏ। ਉਸ ਮਹਿਲ ਦੇ 67 ਬੂਹੇ ਸਨ। ਵਰਿਆਮ ਸਿੰਘ ਗੁਰਦੁਆਰਾ ਕਮੇਟੀ ਦਾ ਕਰਤਾ ਧਰਤਾ ਸੀ। ਭਾਈ ਫੇਰੂ ਤੋਂ ਲੈ ਕੇ ਨਨਕਾਣੇ ਤੱਕ ਸਾਰੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਉਸ ਦੇ ਜ਼ਿੰਮੇ ਸੀ। ਵਰਿਆਮ ਸਿੰਘ ਦੇ 4 ਪੁੱਤਰ ਸਨ, ਆਸਾ ਸਿੰਘ, ਵਿਰਸਾ ਸਿੰਘ, ਰਛਪਾਲ ਸਿੰਘ ਤੇ ਹਰਦਿਆਲ ਸਿੰਘ। ਰਛਪਾਲ ਸਿੰਘ ਚੜ੍ਹਦੇ ਪੰਜਾਬ ਦੇ ਅੰਡਰ ਸੈਕਟਰੀ ਰਹਿ ਚੁੱਕੇ ਸਨ। ਤਾਬਾ ਸਿੰਘ ਦੇ ਦੂਜੇ ਪੁੱਤਰ ਦਾ ਨਾਮ ਬਹਾਲ ਸਿੰਘ ਹੈ। ਬਹਾਲ ਸਿੰਘ ਦਾ ਪੁੱਤਰ ਸੁਰਜਨ ਸਿੰਘ ਵੰਡ ਦੇ ਸਮੇਂ 2 ਸਾਲ ਦਾ ਸੀ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੈ ਕਿ ਸੁਰਜਨ ਸਿੰਘ ਦਾ ਦਾਦਾ ਜਵਾਲਾ ਸਿੰਘ ਨੰਬਰਦਾਰ ਮੁਸਲਮਾਨ ਬਣਨ ਤੋਂ ਬਾਅਦ ਦੀਨ ਮੁਹੰਮਦ ਬਣ ਗਿਆ ਸੀ। ਉਸ ਦੇ 3 ਪੁੱਤਰ ਸੁੰਦਰ ਸਿੰਘ, ਇੰਦਰ ਸਿੰਘ ਤੇ ਮੱਖਣ ਸਿੰਘ ਵੀ ਮੁਸਲਮਾਨ ਬਣ ਗਏ ਸਨ। ਲੇਖਕ ਦੀ ਇਸ ਪਰਿਵਾਰ ਦੇ ਜਿਹੜੇ ਲੋਕਾਂ ਨਾਲ ਮੁਲਾਕਾਤ ਹੋਈ ਉਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ। ਚੰਨ ਵਲਦ ਅਬਦੁਲ ਅਜੀਜ਼, ਪੁਰਾਣਾ ਨਾਂ ਸੁੰਦਰ ਸਿੰਘ, ਪੁੱਤਰ ਜਵਾਲਾ ਸਿੰਘ। ਇਸ਼ਫਾਕ ਅਹਿਮਦ ਵਲਦ ਸੂਬਾ ਵਲਦ ਬਾਗ ਅਲੀ, ਪਹਿਲਾ ਇੰਦਰ ਸਿੰਘ। ਅਬਦੁਲ ਬਾਸਤ ਵਲਦ ਮੁਸਤਾਕ ਵਲਦ ਬਾਗ ਅਲੀ, मोहसन वलद इशफाक, उस्मान वलद इशहाक, वलद सूबा वलद बाग अली, बरकत वलद रहमत वलद मक्खण वलद दीन मुहम्मद। ये सारे का सारा परिवार ताबा सिंह के परिवार नूं मिलन लई बेकरार है। लेखक ने जदों उन्हां दे दिल दिमाग के शीशे तो 63 वरियां की जम्मी हुई धूड़ साफ करके ताबा सिंह के परिवार के चेहरे विखाए तां फिर जिहड़ा प्यार उन्हां ने मैनूं दिता उस नूं लफ्ज़ां विच बयान नहीं किया जा सकता। अपने प्यारिਆਂ ਦੀ याद विच उन्हां दीयां अखां कई वार भिजीआं। जदों मैं दूजी वार अपने भाणजे साजिद नूं नाल लै के तस्वीरां लैण गया तां सारा परिवार मेरे नाल 3 वार गल पकड़ी पा के मिलिया। चाह पानी दे नाल नाल मोटरसाइकिल विच लीटर पेट्रोल भी पवा के दिता। मैनूं उत्थे शाम पै गई। उन्हां ने बहुत तरला कीता कि उन्हां कोल रात गुजारां। मैं उन्हां नूं दस्सिया कि मेरी पत्नी 8 साल हो गए चलाना कर गई सी। घर विच बच्चे इकल्ले हन, इसलिए मैं कदे किते रात नहीं रहिंदा। मेरी मजबूरी नूं भांप के उन्हां ने मैनूं आउण दी इजाजत दे दित्ती। अशफाक कहण लगा, तुसीं साडे वास्ते मसीहा हो जिन्हां पौणी सदी बाद दोहां परिवारां नूं मिला दिता है। उस समय मेरे मन नूं जिहड़ी शांति मिली उस नूं मैं ही महसूस कर सकदा सी। उन्हां बेवकूफ मित्रां नूं की पता जिहड़े कहिंदे हन कि तूं अपना पैसा ते कीमती वक्त लोकां लई क्यों जाया कर रहे हैं। हुण मैं थोड़ा जिहा नक्शा सरदार ताबा सिंह दी हवेली दा खिचदा हां। ये 3 मंजिली हवेली है। इस दे बाहरले बूहे नाल ही खूही लगी हुई सी ते खूही दे नाल ही गुसलखाने बने सन। गुसलखानिਆਂ ਦੇ ਬਾਹਰਲੇ ਪਾਸੇ ਟੂਟੀਆਂ ਦੀ ਕਤਾਰ ਸੀ। ਖੂਹੀ ਨਵੇਂ ਵਸਨੀਕਾਂ ਨੇ ਕੂੜਾ ਸੁੱਟ ਕੇ ਭਰ ਦਿੱਤੀ ਹੋਈ ਹੈ। ਖੁੱਲੇ ਵਿਹੜੇ ਸਾਹਮਣੇ ਬਰਾਂਡੇ ਬਣੇ ਹਨ ਅਤੇ ਬਰਾਂਡਿਆਂ ਦੇ ਪਿੱਛੇ ਕਮਰੇ ਹਨ। ਦੂਜੀ ਮੰਜ਼ਿਲ ਦੇ ਮੱਥੇ ਤੇ ਨਾਂ ਦੀ ਤਖਤੀ ਲੱਗੀ ਹੈ ਜਿਸ ਉੱਪਰ ਲਿਖਿਆ ਹੈ ਤਾਬਾ ਸਿੰਘ ਵਲਦ ਪੰਜਾਬ ਸਿੰਘ 1944 ਈਸਵੀ। ਇਹ ਗੁਰਮੁਖੀ ਵਿੱਚ ਲਿਖਿਆ ਹੈ। ਜਿਸ ਤਰ੍ਹਾਂ ਇਸ ਨੂੰ ਘਰ ਨੂੰ ਬਣਾਉਣ ਵਾਲੇ ਦਾ ਨਾਂ ਰਹੇ ਉਸੇ ਤਰ੍ਹਾਂ ਗੁਰਮੁਖੀ ਪੜ੍ਹਨ ਵਾਲੇ भी कोई ना रहा। जदों लेखक ने नां दी तख्ती पढ़ के सुनाई तां सब हैरान रह गए। मेरा वस चले तां हर एक पंजाबी नूं पंजाबी जरूर सिखावां पर मेरे साधन इजाजत नहीं दिंदे। तीसरी मंजिल ते अंग्रेजी विच वेलकम लिखिया होया है। ये हवेली अज भी सफेद पोशां दी हवेली दे नां नाल मशहूर है। ताबा सिंह दी सारी जमीन मुहाजिर मुसलमानां नूं अलाट हो गई है। ताबा सिंह दा बड़ा रोब अते दबदबा सी। उस दी इलाके विच बहुत इज्जत सी। उसने कदे किसी माड़े नूं तंग नहीं सी कीता। जदों ताबा सिंह दे परिवार नूं मौत दे साए हेठ देश निकाला मिलिया तां उस दा परिवार रात दे हनेरे च खाली हथ परदेसी हो गया।
ਦੇਸ਼ ਨਿਕਾਲਾ ਮਿਲਣ ਤੋਂ ਬਾਅਦ ਕੁਝ ਪੰਛੀ ਆਪਣੇ ਆਲ੍ਹਣਿਆਂ ਨੂੰ ਵੇਖਣ ਆਏ ਸਨ। ਆਲ੍ਹਣੇ ਤਾਂ ਉਹੀ ਸਨ, ਪਰ ਉਹਨਾਂ ਵਿੱਚ ਵਸੇਰਾ ਕਰਨ ਵਾਲੇ ਪੰਛੀ ਬਦਲ ਗਏ ਸਨ। ਆਲ੍ਹਣਿਆਂ ਦੇ ਅਸਲ ਵਾਰਸਾਂ ਨੂੰ ਆਪਣੇ ਆਲ੍ਹਣਿਆਂ ਨੂੰ ਦੂਰੋਂ ਵੇਖਣ ਦੀ ਇਜਾਜ਼ਤ ਹੈ, ਪਰ ਅੰਦਰ ਜਾਣ ਦੀ ਨਹੀਂ। ਜਿਨ੍ਹਾਂ ਵਿਹੜਿਆਂ ਵਿੱਚ ਉਹ ਹੱਸੇ ਖੇਡੇ ਸਨ, ਉਹ ਉਹਨਾਂ ਲਈ ਬੇਗਾਨੇ ਹੋ ਚੁੱਕੇ ਹਨ। ਸਭ ਕੁਝ ਬਦਲ ਗਿਆ ਸੀ। ਹਰ ਚੀਜ਼ ਪਰਾਈ ਨਜ਼ਰ ਆਉਂਦੀ ਸੀ, ਪਰ ਫਿਰ ਵੀ ਕੋਈ ਚੀਜ਼ ਉਹਨਾਂ ਨੂੰ ਖਿੱਚ ਕੇ ਕਿੱਥੇ ਲੈ ਆਈ ਸੀ। ਉਹ ਕਿਹੜੀ ਸ਼ੈ ਸੀ ਜਿਸ ਨੇ ਉਹਨਾਂ ਨੂੰ ਇੱਥੇ ਆਉਣ ਲਈ ਮਜਬੂਰ ਕੀਤਾ ਸੀ? ਉਹ ਉਸ ਮਿੱਟੀ ਦੀ ਖੁਸ਼ਬੂ ਸੀ ਜਿਸ ਨਾਲ ਉਹਨਾਂ ਦਾ ਸ਼ੀਰ ਹੋਂਦ ਵਿੱਚ ਆਇਆ ਸੀ। ਭਾਗ ਨੰਬਰ 7। ਅਸੀਂ ਬੁੱਤਵਾਲੀਏ ਹੁੰਨੇ ਹਾਂ। ਅਸੀਂ ਕਦੇ ਹਵੇਲੀਆਂ ਦੇ ਮਾਲਕ ਹੁੰਦੇ ਸਾਂ, ਜਿਨ੍ਹਾਂ ਨੂੰ ਅੱਜ ਲੋਕ ਭਾਊ ਜਿਹੇ ਕਹਿ ਕੇ ਖੂੰਜੇ ਲਾ ਛੱਡਦੇ ਨੇ। ਸਮੇਂ ਦੇ ਰਾਜਿਆਂ ਨੂੰ ਜਦੋਂ ਆਪਣੇ ਸਿਰਾਂ ਨੇ ਟਰੰਕ ਚੁੱਕ ਕੇ ਆਪਣਾ ਦੇਸ਼ ਛੱਡਣਾ ਪਿਆ, ਤਾਂ ਕਿਹੜਾ ਹੋਕਾ ਸੀ ਜਿਹੜਾ ਉਹਨਾਂ ਦੇ ਦਿਲ ਦੀ ਵੇਦਨਾ ਪ੍ਰਗਟਾ ਸਕਦਾ ਸੀ? ਇਹ ਕਹਿਣਾ ਹੈ ਬੁੱਤ ਦੀਆਂ ਹਵੇਲੀਆਂ ਦੇ ਕਿਸੇ ਸਮੇਂ ਮਾਲਕ ਰਹੇ ਬਹਾਲ ਸਿੰਘ ਦੇ ਪੁੱਤਰ ਸੁਰਜਨ ਸਿੰਘ ਦਾ। ਉਹ ਵੰਡ ਸਮੇਂ 2 ਸਾਲ ਦਾ ਸੀ, ਪਰ ਆਪਣੇ ਬਜ਼ੁਰਗਾਂ ਤੋਂ ਸੁਣੇ ਵੰਡ ਦੇ ਹਾਲ ਬਾਰੇ ਦੱਸਦਾ ਹੋਇਆ ਕਹਿੰਦਾ ਹੈ, ਰੱਬ ਕਿਸੇ ਦੇ 47 ਵਰਗੇ ਦਿਨ ਨਾ ਲਿਆਵੇ। ਰਾਜਿਆਂ ਦੇ ਰਾਜ ਬਦਲਦੇ ਪੜ੍ਹੇ ਸੁਣੇ ਹਨ, ਖਲਕਤ ਦੀ ਬਦਲਦੀ ਤਵਾਰੀਖ ਕਿਤੇ ਨਹੀਂ ਮਿਲਦੀ। 14 ਅਗਸਤ 1947 ਤੱਕ ਬੁੱਤ ਪਿੰਡ ਘੁੱਗ ਵੱਸਦਾ ਸੀ, ਪਰ 15 ਅਗਸਤ ਨੂੰ ਮਹਿਲਾਂ ਵਾਲੇ ਕੱਖੋਂ ਹੌਲੇ ਹੋ ਗਏ। ਜ਼ਕਰੀਆ ਸਾਹਿਬ, ਤੁਸੀਂ ਠੀਕ ਲਿਖਿਆ ਹੈ ਕਿ ਆਪਣੀ ਸਲਤਨਤ ਛੱਡ ਕੇ ਮੌਤ ਦੇ ਸਾਏ ਤੋਂ ਡਰਦੇ ਬੁੱਤਵਾਲੀਆਂ ਨੂੰ ਪਿੰਡ ਛੱਡਣਾ ਪਿਆ। ਉਸ ਸਮੇਂ ਆਪਣਾ ਪਰਛਾਵਾਂ ਵੀ ਦੁਸ਼ਮਣ ਨਜ਼ਰ ਆਉਂਦਾ ਸੀ। ਸਾਡੇ ਪਿੰਡ ਦਾ ਕਾਫਲਾ ਕੱਚੀ ਕੋਠੀ ਜਾ ਕੇ ਬਾਕੀ ਪਿੰਡਾਂ ਦੇ ਕਾਫਲੇ ਨਾਲ ਮਿਲਿਆ। ਇੱਕ ਦਿਨ ਉੱਥੇ ਬਿਤਾ ਕੇ ਅਗਲੀ ਮੰਜ਼ਿਲ ਲਈ ਰਵਾਨਾ ਹੋਇਆ। ਵੰਡ ਤੋਂ ਕੁਝ ਸਮਾਂ ਪਹਿਲਾਂ ਕੁਝ ਮੁਸਲਮਾਨ ਫੌਜੀ ਸਾਡੇ ਖੂਹ 'ਤੇ ਆ ਕੇ ਰਹੇ ਸਨ। ਰੋਟੀ ਪਾਣੀ ਦਾ ਇੰਤਜ਼ਾਮ ਖੂਹ 'ਤੇ ਹੀ ਸੀ। ਜਦੋਂ ਉਹ ਫੌਜੀ ਕਾਫਲੇ ਕੋਲ ਆਏ ਤਾਂ ਉਹਨਾਂ ਨੇ ਸਾਰੇ ਬਜ਼ੁਰਗਾਂ ਦੇ ਪੈਰੀਂ ਹੱਥ ਲਾ ਕੇ ਮੱਥਾ ਟੇਕਿਆ ਅਤੇ ਭੁੱਬਾਂ ਮਾਰ ਕੇ ਰੋਏ ਕਿ ਕੱਲ੍ਹ ਦੇ ਰਾਜੇ ਅੱਜ ਫਕੀਰ ਹੋ ਗਏ। ਉਹਨਾਂ ਨੇ ਜ਼ਿੰਮੇਵਾਰੀ ਲਈ ਕਿ ਉਹ ਕਾਫਲੇ ਨੂੰ ਸਰਹੱਦ ਪਾਰ ਕਰਾਉਣਗੇ ਤੇ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਹੋਣ ਦੇਣਗੇ। ਆਪਣਾ ਫਰਜ਼ ਨਿਭਾਉਂਦੇ ਹੋਏ ਉਹਨਾਂ ਕਈ ਵਾਰ ਲੁੱਟਣ ਦੀ ਮਨਸਾ ਨਾਲ ਆਏ ਟੋਲਿਆਂ ਨੂੰ ਖਦੇੜਿਆ। ਉਹਨਾਂ ਦੀ ਮਿਹਰਬਾਨੀ ਸਦਕਾ ਅਸੀਂ ਸੁੱਖੀ ਸਾਂਦੀ ਇੱਧਰ ਪੁੱਜਣ ਵਿੱਚ ਕਾਮਯਾਬ ਹੋ ਗਏ। ਅੰਮ੍ਰਿਤਸਰ ਦੀ ਧਰਤੀ 'ਤੇ 2 ਸੱਜਣ, ਚੰਨਣ ਸਿੰਘ ਉਚਾੜਾ ਅਤੇ ਊਧਮ ਸਿੰਘ ਨਾਗੋਕੇ ਨੂੰ ਇਹ ਖਦਸ਼ਾ ਸੀ ਕਿ ਜੇ ਲਾਹੌਰੀਏ ਇੱਥੇ ਆਬਾਦ ਹੋ ਗਏ ਤਾਂ ਉਹਨਾਂ ਦੀ ਬਿਲਕੁਲ ਨਹੀਂ ਚੱਲਣੀ। ਇਸ ਲਈ ਉਹਨਾਂ ਨੇ ਸਾਰਾ ਜ਼ੋਰ ਲਾ ਦਿੱਤਾ ਕਿ ਕੋਈ ਲਾਹੌਰੀਆ ਹਰੀਕੇ ਹੈਂਡ ਤੋਂ ਉੱਧਰ ਨਾ ਰਹਿ ਜਾਏ। ਇਸ ਲਈ ਸਾਰੇ ਲਾਹੌਰੀਏ ਮਾਲਵੇ ਦੀ ਧਰਤੀ, ਫਿਰੋਜ਼ਪੁਰ, ਧਰਮਕੋਟ, ਜੀਰਾ, ਜਲਾਲਾਬਾਦ, ਮੁਕਤਸਰ ਆਦਿ ਵਿੱਚ ਹੀ ਵਸਣ ਲਈ ਮਜਬੂਰ ਹੋ ਗਏ। ਸਾਡੇ ਪਰਿਵਾਰ ਨੇ ਜਗਰਾਓਂ ਦੇ ਬਾਹਰ 1 ਮਹੀਨਾ ਫਕੀਰਾਂ ਵਾਂਗ ਬਿਤਾਇਆ। 1950 ਵਿੱਚ ਪੱਕੀ ਅਲਾਟਮੈਂਟ ਫਿਰ ਬਣਵਾਲਾ ਵਿਖੇ ਹੋ ਗਈ। ਜ਼ਮੀਨ ਤਾਂ ਲਗਭਗ ਠੀਕ ਹੀ ਸੀ, ਪਰ 1955 ਵਿੱਚ ਹਰੀਕੇ ਹੈੱਡ ਤੋਂ 2 ਨਹਿਰਾਂ ਸਰਹੰਦ ਫੀਡਰ ਅਤੇ ਰਾਜਸਥਾਨ ਕੱਢ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚ ਸਿਰਫ ਸਾਡੀ ਹੀ ਜ਼ਮੀਨ ਆਈ ਤੇ ਬਾਕੀ ਪਿੰਡ ਦੀ ਜ਼ਮੀਨ ਬਚ ਗਈ। ਕੁਝ ਜ਼ਮੀਨ ਬਚੀ ਸੀ, ਉਸ ਵਿੱਚ ਸਿਰਫ ਨਹਿਰਾਂ ਪੱਕੀਆਂ ਕਰਨ ਲਈ ਪੱਠਾ ਲਾ ਦਿੱਤਾ ਗਿਆ। ਇੱਕ ਵਾਰ ਫਿਰ ਪਾਕਿਸਤਾਨ ਬਣ ਗਿਆ। ਸਰਕਾਰ ਵੱਲੋਂ 4 ਕਿਸ਼ਤਾਂ ਵਿੱਚ 1100 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਅਦਾਇਗੀ ਕੀਤੀ ਗਈ। ਬਾਅਦ ਵਿੱਚ ਕੁਝ ਜ਼ਮੀਨ ਖਰੀਦੀ ਗਈ, ਪਰ ਉਹ ਸਾਰੀ ਜ਼ਮੀਨ ਬਰਾਨੀ ਸੀ। ਸਿੰਚਾਈ ਲਈ ਝੋਟਾ ਲਾਇਆ ਗਿਆ, ਪਰ ਪਸ਼ੂ ਕਿੰਨਾ ਕੁ ਪਾਣੀ ਚੁੱਕਦਾ। ਹਰ ਪਾਸੇ ਗੁਰਬਤ ਮੂੰਹ ਅੱਡੀ ਖੜੀ ਸੀ। ਜ਼ਿੰਦਗੀ ਇੱਕ ਬੋਝ ਬਣ ਕੇ ਰਹਿ ਗਈ ਸੀ। ਬੁੱਤ ਦੀਆਂ ਹਵੇਲੀਆਂ ਦੇ ਮਾਲਕਾਂ ਨੇ ਜੋ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ, ਉਹ ਉਹਨਾਂ ਨਾਲ ਜ਼ਿੰਦਗੀ ਵਿੱਚ ਪੇਸ਼ ਆ ਰਿਹਾ ਸੀ। ਹੁਣ ਸੁਰਜਨ ਸਿੰਘ ਆਪਣੇ ਪਰਿਵਾਰ ਨਾਲ ਪਿੰਡ ਮਹਿਮੂਆਣਾ ਫਰੀਦਕੋਟ ਵਿਖੇ ਰਹਿ ਰਿਹਾ ਹੈ। ਉਹ ਜਦੋਂ ਵੀ ਆਪਣੇ ਮੁਸਲਮਾਨ ਹੋਏ ਤਾਏ ਜਵਾਲਾ ਸਿੰਘ ਦੇ ਪੁੱਤਰਾਂ ਨਾਲ ਬੁੱਤ ਵਿੱਚ ਗੱਲ ਕਰਦਾ ਤਾਂ ਹੌਕੇ ਤੇ ਹੰਝੂ ਤਾਂ ਨਿਕਲਦੇ ਹੀ, ਪਰ ਇਹ ਸਵਾਲ ਵੀ ਉਸ ਨੂੰ ਬਹੁਤ ਤੰਗ ਕਰਦਾ ਕਿ ਜੇ ਦੁਨੀਆ ਤੇ ਇੱਕ ਹੀ ਧਰਮ ਹੁੰਦਾ ਤਾਂ ਸ਼ਾਇਦ ਉਹ ਅੱਜ ਵੀ ਬੁੱਤ ਦੀਆਂ ਹਵੇਲੀਆਂ ਦੇ ਮਾਲਕ ਹੁੰਦੇ। ਸੁਰਜਨ ਸਿੰਘ ਦਾ ਰੋਮ ਰੋਮ ਜ਼ਕਰੀਆ ਆਫਤਾਬ ਦਾ ਸ਼ੁਕਰਾਨਾ ਕਰਦਾ। ਉਹ ਕਹਿੰਦੇ, ਜ਼ਕਰੀਆ ਸਾਡਾ ਭਰਾ ਹੈ। ਉਸਨੇ ਜਿਵੇਂ ਸਾਡੇ ਪਰਿਵਾਰ ਨੂੰ ਮਿਲਾਉਣ ਲਈ ਘਾਲਣਾ ਘਾਲੀ ਹੈ, ਉਹ ਬੇਮਿਸਾਲ ਹੈ।
ਸਾਡੇ ਕੋਲੋਂ ਕਈ ਜਨਮ ਉਹਨਾਂ ਦਾ ਕਰਜ਼ਾ ਨਹੀਂ ਉਤਰਨਾ। ਰੱਬ ਉਸ ਦੀ ਕਲਮ ਨੂੰ ਹੋਰ ਤਾਕਤ ਬਖਸ਼ੇ ਤਾਂ ਜੋ ਉਹ ਇਸ ਤਰ੍ਹਾਂ ਹੀ ਵਿਛੜਿਆਂ ਨੂੰ ਮਿਲਾ ਸਕੇ। ਉਹਨਾਂ ਦੇ ਸੀਨੇ ਠੰਡ ਪਾਉਂਦਾ ਰਹੇ। ਸੁਰਜਣ ਸਿੰਘ ਹਉਕਾ ਭਰਦਾ। 15 ਅਗਸਤ 1947 ਨੂੰ ਸਾਡੇ ਪਰਿਵਾਰ ਦੀ ਆਰਥਿਕ ਤੇ ਸਿਆਸੀ ਮੌਤ ਹੋ ਗਈ। ਪੈਲੀ ਨਹਿਰਾਂ ਵਿੱਚ ਆਉਣ ਕਾਰਨ ਸਮਾਜਿਕ ਮੌਤ ਵੀ ਹੋ ਗਈ। ਜੇ ਕੁਝ ਬਚਿਆ ਤਾਂ ਉਹ ਸਾਡੇ ਕੋਲ ਆਪਣੀ ਜ਼ਮੀਰ ਹੈ। ਸ਼ਿਵ ਕੁਮਾਰ ਬਟਾਲਵੀ ਦੀਆਂ 2 ਲਾਈਨਾਂ। ਸਿਖਰ ਦੁਪਹਿਰਾਂ ਜੇਠ ਦੀਆਂ ਨੂੰ, ਸਿਖਰ ਦੁਪਹਿਰਾਂ ਜੇਠ ਦੀਆਂ ਨੂੰ, ਸੌਣ ਕਿਵੇਂ ਮੈਂ ਆਖਾਂ, ਚੌਹੀਂ ਕੁੰਟੀ ਭਾਵੇਂ ਲੱਗਣ ਲੱਖ ਤੀਆਂ ਦੇ ਮੇਲੇ। ਚੌਹੀਂ ਕੁੰਟੀ ਭਾਵੇਂ ਲੱਗਣ ਲੱਖ ਤੀਆਂ ਦੇ ਮੇਲੇ। ਭਾਗ 8ਵਾਂ। ਲੇਖਕ ਨੇ ਜਦੋਂ ਗੁਰੂ ਨਾਨਕ ਸਾਹਿਬ ਦਾ ਕਲਾਮ ਅਰਬਦ ਨਰਬਦ ਧੁੰਦੂਕਾਰਾ ਪੜ੍ਹਿਆ ਤਾਂ ਧੁੰਦੂਕਾਰਾ ਤੇ ਦਿਮਾਗ ਦੀ ਸੂਈ ਅੜ ਗਈ। ਬਾਬਾ ਜੀ ਦਾ ਇਹ ਕਲਾਮ ਮਨੁੱਖਤਾ ਦੇ ਵਜੂਦ ਵਿੱਚ ਆਉਣ ਤੋਂ ਪਹਿਲਾਂ ਦੀ ਗੱਲ ਕਰਦਾ ਹੈ। ਮੈਂ ਜਦੋਂ ਇਸ ਸ਼ਬਦ ਦੀ ਡੂੰਘਾਈ ਵਿੱਚ ਗਿਆ ਤਾਂ ਸਮਝ ਆਈ ਕਿ ਗੁਰੂ ਨਾਨਕ ਸਾਹਿਬ ਕਿੰਨੀ ਵੱਡੀ ਗੱਲ ਕਰ ਰਹੇ ਹਨ। ਯੂਰਪ ਦੇ ਵੱਡੇ ਵੱਡੇ ਸਾਇੰਸਦਾਨ ਗੁਰੂ ਦੇ ਸਾਹਮਣੇ ਬਚੁੰਗੜੇ ਨਜ਼ਰ ਆ ਰਹੇ ਹਨ। ਗੁਰੂ ਸਾਹਿਬ ਨੇ ਇਸ ਸ਼ਬਦ ਵਿੱਚ ਬ੍ਰਹਿਮੰਡ ਬਾਰੇ ਜੋ ਲਿਖਿਆ ਹੈ ਉਸ ਦੇ ਸਾਹਮਣੇ ਪੱਛਮ ਦੇ ਵੱਡੇ ਵੱਡੇ ਸਾਇੰਸਦਾਨ ਪਾਸਕੂ ਵੀ ਨਹੀਂ ਹਨ। ਸਾਇੰਸ ਕਹਿੰਦੀ ਹੈ ਕਿ ਧਰਤੀ ਨੂੰ ਵਜੂਦ ਵਿੱਚ ਆਇਆ ਲਗਭਗ 4 ਅਰਬ 8 ਕਰੋੜ ਸਾਲ ਹੋ ਗਏ ਹਨ। ਇਸ ਸਮੇਂ ਨੂੰ ਸਾਇੰਸ 2 ਹਿੱਸਿਆਂ, ਪਹਿਲੇ ਹਿੱਸੇ ਨੂੰ ਧਰਤੀ ਤੇ ਜ਼ਿੰਦਗੀ ਪੈਦਾ ਹੋਣ ਤੋਂ ਪਹਿਲਾਂ ਤੇ ਦੂਜੇ ਨੂੰ ਬਾਅਦ ਵਿੱਚ ਵੰਡਦੀ ਹੈ। ਜ਼ਿੰਦਗੀ ਪੈਦਾ ਹੋਣ ਤੋਂ ਪਹਿਲਾਂ ਦੇ ਸਮੇਂ ਨੂੰ 3 ਅਰਬ ਸਾਲ ਮੰਨਦੀ ਹੈ। ਇਸ ਹਿਸਾਬ ਨਾਲ ਜ਼ਿੰਦਗੀ ਦਾ ਸਮਾਂ 1 ਅਰਬ 8 ਕਰੋੜ ਸਾਲ ਬਣਦਾ ਹੈ। ਪਰ ਗੁਰੂ ਨਾਨਕ ਸਾਹਿਬ ਨੇ ਆਪਣੇ ਕਲਾਮ ਵਿੱਚ ਜਿਸ ਬ੍ਰਹਿਮੰਡ ਦਾ ਨਕਸ਼ਾ ਖਿੱਚਿਆ ਹੈ ਉਹ ਖਰਬਾਂ ਸਾਲ ਪਹਿਲਾਂ ਦਾ ਹੈ। ਗੁਰੂ ਜੀ ਨੇ ਜਿਸ ਸਮੇਂ ਇਹ ਨਕਸ਼ਾ ਪੇਸ਼ ਕੀਤਾ ਉਸ ਸਮੇਂ ਗਰਮ ਗੈਸਾਂ ਦਾ ਗੁਬਾਰਾ ਹੋਣ ਦੀ ਗੱਲ ਕਰਨ ਵਾਲਿਆਂ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਗੁਰੂ ਜੀ ਫਰਮਾਉਂਦੇ ਹਨ ਕਿ ਅਣਗਿਣਤ ਸਮੇਂ ਤੱਕ ਹਨੇਰਾ ਫੈਲਿਆ ਰਿਹਾ। ਉਸ ਸਮੇਂ ਨਾ ਜ਼ਮੀਨ ਸੀ ਨਾ ਆਸਮਾਨ ਸੀ, ਸਿਰਫ ਅਕਾਲ ਪੁਰਖ ਦੀ ਜਾਤ ਸੀ। ਨਾ ਜੀਵਨ ਦੀਆਂ ਬਹਾਰਾਂ ਸਨ, ਨਾ ਪਾਣੀ ਦੀਆਂ ਲਹਿਰਾਂ ਮਸਤੀਆਂ ਕਰਦੀਆਂ ਦਿਖਾਈ ਦਿੰਦੀਆਂ ਸਨ। 7 ਸਮੁੰਦਰਾਂ ਦਾ ਨਾਂ ਕਿਤੇ ਨਾਂ ਨਿਸ਼ਾਨ ਨਹੀਂ ਸੀ। ਨਾ ਸਵਰਗ ਨਰਕ ਦੇ ਡਰਾਵੇ ਸਨ, ਨਾ ਕੋਈ ਆਪਣੇ ਆਪ ਨੂੰ ਬਾਲਕ ਨਾਥ ਅਖਵਾਉਣ ਵਾਲਾ ਸੀ ਤੇ ਨਾ ਕੋਈ ਬ੍ਰਹਮ ਵਿਸ਼ਨ ਮਹੇਸ਼ ਸੀ। ਨਾ ਕੋਈ ਕ੍ਰਿਸ਼ਨ ਸੀ, ਨਾ ਕੋਈ ਬੰਸਰੀ ਵਜਾਉਣ ਵਾਲਾ, ਨਾ ਹਿੰਦੂਆਂ ਦੇ ਵੇਦ ਸਨ ਤੇ ਨਾ ਕੋਈ ਪ੍ਰਾਣ ਦੀ ਗੱਲ ਸੀ। ਨਜ਼ਰ ਨਾ ਆਉਣ ਵਾਲੀ ਇੱਕ ਹੀ ਹਸਤੀ ਸੀ ਜਿਸ ਦੇ ਹੁਕਮ ਅਨੁਸਾਰ ਹੀ ਸਭ ਕੁਝ ਹੁੰਦਾ ਹੈ। ਉਸ ਦੇ ਅੰਤ ਤੋਂ ਕੋਈ ਵਾਕਫ ਨਹੀਂ। ਕਾਮਲ ਗੁਰੂ ਹੀ ਉਸ ਬਾਰੇ ਸਮਝਾ ਸਕਦਾ ਹੈ। ਨਾਨਕ ਜਿਹੜੇ ਸੱਚ ਨਾਲ ਪਿਆਰ ਕਰਦੇ ਹਨ ਉਹ ਦਿਨ ਰਾਤ ਮਸਤੀ ਵਿੱਚ ਉਸ ਦੇ ਹੀ ਗੀਤ ਗਾਉਂਦੇ ਹਨ। ਗੁਰੂ ਨਾਨਕ ਸਾਹਿਬ ਦਾ ਇਹ ਕਲਾਮ ਕਿਸੇ ਨੇ ਕਿਸੇ ਨਜ਼ਰੀਏ ਤੋਂ ਪੜ੍ਹਿਆ ਹੋਣਾ ਤੇ ਕਿਸੇ ਨੇ ਕਿਸੇ। ਅਰਬਦ ਨਰਬਦ ਧੁੰਦੂਕਾਰਾ ਪੰਜਾਬੀ ਜ਼ੁਬਾਨ ਦਾ ਅੱਖਰ ਹੈ ਜਿਸ ਦਾ ਅਰਥ ਹੈ ਅਜਿਹਾ ਹਨੇਰਾ ਜਿਸ ਕਾਰਨ ਧੂੰਆਂ ਹੋਵੇ। ਸਦੀਆਂ ਦੀ ਖੋਜ ਤੋਂ ਬਾਅਦ ਸਾਇੰਸ ਇਸ ਨਤੀਜੇ ਤੇ ਪਹੁੰਚੀ ਕਿ ਇਸ ਜਹਾਨ ਤੋਂ ਪਹਿਲਾਂ ਬ੍ਰਹਿਮੰਡ ਗਰਮ ਗੈਸਾਂ ਦਾ ਗੁਬਾਰਾ ਸੀ। ਧਰਤੀ ਤੋਂ ਉੱਪਰ 1600 ਪ੍ਰਕਾਸ਼ ਵਰ੍ਹਿਆਂ ਦੀ ਦੂਰੀ ਤੇ ਗਰਮ ਗੈਸਾਂ ਦੇ ਧੂਏ ਦਾ ਹੋਣਾ ਸਾਬਤ ਹੋ ਚੁੱਕਿਆ ਹੈ। ਗੁਰੂ ਸਾਹਿਬ ਨੇ ਆਪਣੇ ਕਲਾਮ ਵਿੱਚ 500 ਸਾਲਾਂ ਪਹਿਲਾਂ ਇਸ ਬਾਰੇ ਦੱਸਿਆ ਸੀ। ਅੱਜ ਪੂਰੀ ਦੁਨੀਆ ਵਿੱਚ ਗੈਲੀਲੀਓ, ਨਿਊਟਨ ਆਦਿ ਦੀਆਂ ਲੋਕ ਤਾਰੀਫਾਂ ਕਰਦੇ ਨਹੀਂ ਥੱਕਦੇ। ਪੱਛਮ 'ਚੋਂ ਕੋਈ ਦੀਵਾਨਾ ਉਂਝ ਹੀ ਫੜ ਮਾਰ ਦੇਵੇ ਤਾਂ ਉੱਥੋਂ ਦਾ ਮੀਡੀਆ ਉਸ ਨੂੰ ਵੱਡਾ ਸਾਇੰਸਦਾਨ ਸਾਬਤ ਕਰਨ ਵਿੱਚ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦਾ ਹੈ। ਜਿਨ੍ਹਾਂ ਨੇ ਕੁਦਰਤ ਦਾ ਭੇਦ ਖੋਲ੍ਹ ਕੇ ਬਿਆਨ ਕੀਤਾ ਹੈ, ਜਿਨ੍ਹਾਂ ਕੁਦਰਤ ਦੀ ਬਣਾਈ ਹੋਈ ਇੱਕ ਇੱਕ ਸ਼ੈ ਨੂੰ ਉਸ ਦੇ ਅਸਲੀ ਰੂਪ ਵਿੱਚ ਵੇਖਿਆ ਹੈ, ਜਿਹੜੇ ਆਕਾਸ਼ ਤੇ ਪਤਾਲ ਦੀ ਹਕੀਕਤ ਨੂੰ ਵੀ ਜਾਣਦੇ ਸਨ, ਉਹਨਾਂ ਨੂੰ ਅਸੀਂ ਸਿਰਫ ਧਾਰਮਿਕ ਨਜ਼ਰੀਏ ਤੋਂ ਹੀ ਵੇਖਦੇ ਹਾਂ। ਜੇ ਸਾਡੇ ਨਬੀ ਵਲੀ ਸਾਇੰਸ ਦੇ ਮੁੱਢਲੇ ਅਸੂਲਾਂ ਵੱਲ ਆਪਣੇ ਕਲਾਮ ਵਿੱਚ ਇਸ਼ਾਰੇ ਨਾ ਕਰਦੇ ਤਾਂ ਪੱਛਮ ਦੇ ਸਾਇੰਸਦਾਨ ਮੱਖੀਆਂ ਹੀ ਮਾਰਦੇ ਰਹਿੰਦੇ। ਗਰਮ ਗੈਸਾਂ ਦੇ ਗੁਬਾਰੇ ਦੀ ਗੱਲ ਕਰਨ ਦਾ ਸਿਹਰਾ ਪੱਛਮੀ ਵਿਦਵਾਨਾਂ ਨੂੰ ਨਹੀਂ ਸਗੋਂ ਗੁਰੂ ਨਾਨਕ ਸਾਹਿਬ ਨੂੰ ਜਾਂਦਾ ਹੈ। ਗੁਰਭਜਨ ਗਿੱਲ ਦਾ ਇੱਕ ਕਲਾਮ ਹੈ, ਗਵਾਚਿਆ ਫਿਰ ਰਿਹਾ ਦੱਸੋ ਮੇਰਾ ਘਰ ਬਾਹਰ ਕਿੱਥੇ ਹੈ, ਹੁਣ ਜੋ ਉੱਡਦੀ ਸੀ ਪੰਛੀਆਂ ਦੀ ਡਾਰ ਕਿੱਥੇ ਹੈ। ਮੈਂ ਨਾਨਕ ਦਾ ਰਬਾਬੀ ਹਾਂ ਭਰਾਵੋ ਮੈਂ ਪੰਜਾਬੀ ਹਾਂ,
ਲਿਆਓ ਜੋੜ ਕੇ ਦੇਵਾਂ, ਉਹ ਟੁੱਟੀ ਤਾਰ ਕਿੱਥੇ ਹੈ। ਮੈਂ ਜਿਸ ਦੇ ਨਾਲ 5 ਸਦੀਆਂ ਹੰਢਾਈਆਂ ਧੁੱਪ ਛਾਂ ਬਣ ਕੇ, ਮੇਰਾ ਨਾਨਕ ਨਾ ਖੋਵੋ, ਦੱਸੋ ਮੇਰਾ ਯਾਰ ਕਿੱਥੇ ਹੈ। ਭਾਗ 9ਵਾਂ। ਸਰਦਾਰੋ 35 ਤਾਂ ਮੋੜ ਦਿਓ। ਪਿਸ਼ਾਵਰ ਦੇ ਪਹਾੜੀ ਸਿਲਸਿਲੇ ਤੋਂ ਲੈ ਕੇ ਹੈੱਡ 5 ਨਦ ਤੱਕ, ਅਜੇ ਜਾਮਪੁਰ ਦੇ ਮੈਦਾਨਾਂ ਤੋਂ ਲੈ ਕੇ ਜਮਨਾ ਦੇ ਕੰਢਿਆਂ ਤੱਕ ਦੀ ਧਰਤੀ ਨੂੰ ਪੰਜਾਬ ਕਿਹਾ ਜਾਂਦਾ ਹੈ। ਇੱਥੇ ਬੋਲੀ ਜਾਣ ਵਾਲੀ ਬੋਲੀ ਪੰਜਾਬੀ ਅਖਵਾਉਂਦੀ ਹੈ। ਹੋਰਨਾਂ ਬੋਲੀਆਂ ਵਾਂਗ ਪੰਜਾਬੀ ਵੀ ਕਈ ਬੋਲੀਆਂ ਦਾ ਸੰਗਮ ਹੈ। ਸੰਸਕ੍ਰਿਤ ਅਤੇ ਪ੍ਰਾਕ੍ਰਿਤ ਮਿਲ ਕੇ ਹਿੰਦੀ ਬਣ ਗਈ। ਫਿਰ 3 ਕੁ ਸਦੀਆਂ ਪਹਿਲਾਂ ਹਿੰਦੁਸਤਾਨ ਦੀ ਧਰਤੀ ਤੇ ਇੱਕ ਨਵੀਂ ਜ਼ਬਾਨ ਉਰਦੂ ਨੇ ਜਨਮ ਲਿਆ। ਉਰਦੂ ਤੁਰਕੀ ਜ਼ਬਾਨ ਦਾ ਲਫ਼ਜ਼ ਹੈ, ਜਿਸ ਦਾ ਅਰਥ ਹੈ ਦਲ। ਹੌਲੀ ਹੌਲੀ ਇਹ ਜ਼ੁਬਾਨ ਪੂਰੇ ਦੇਸ਼ ਵਿੱਚ ਫੈਲ ਗਈ। ਪੰਜਾਬ ਦੀ ਧਰਤੀ ਤੇ ਬੋਲੀ ਜਾਣ ਵਾਲੀ ਜ਼ੁਬਾਨ ਉਤਨੀ ਹੀ ਪੁਰਾਣੀ ਹੈ ਜਿੰਨਾ ਪੰਜਾਬ ਦਾ ਇਤਿਹਾਸ। ਅੱਜ ਤੋਂ ਲਗਭਗ 4000 ਸਾਲ ਪਹਿਲਾਂ ਦਰਾ ਖੈਬਰ ਦੇ ਰਸਤਿਓਂ ਆਉਣ ਵਾਲੇ ਆਰੀਅਨ ਨਸਲ ਦੇ ਪੰਜਾਬੀਆਂ ਦਾ ਕਤਲੇਆਮ ਕਰਕੇ ਉਹਨਾਂ ਦੀਆਂ ਜਾਇਦਾਦਾਂ ਤੇ ਕਬਜ਼ਾ ਕਰ ਲਿਆ ਗਿਆ। ਇਸ ਤਰ੍ਹਾਂ ਹੀ ਯੂਰਪ ਨੇ ਅਮਰੀਕੀ ਰੈੱਡ ਇੰਡੀਅਨਜ਼ ਦਾ ਸਫਾਇਆ ਕਰਕੇ ਅਮਰੀਕਾ ਤੇ ਆਪਣਾ ਰਾਜ ਚਲਾਇਆ। ਆਰੀਅਨ ਨਸਲ ਤੋਂ ਕੋਈ 2700 ਵਰ੍ਹੇ ਬਾਅਦ ਮੁਸਲਮਾਨ ਹਮਲਾਵਰਾਂ ਨੇ ਭਾਰਤ ਦਾ ਰੁਖ ਕਰ ਲਿਆ। ਫਿਰ ਰਹੀ ਸਹੀ ਕਸਰ ਹਲਾਕੂ ਖਾਂ ਨੇ ਪੂਰੀ ਕਰ ਦਿੱਤੀ। ਇਹਨਾਂ ਸਾਰੀਆਂ ਫੌਜਾਂ ਨੇ ਆਪਣੀ ਤਲਵਾਰ ਸਭ ਤੋਂ ਪਹਿਲਾਂ ਪੰਜਾਬ ਤੇ ਅਜਮਾਈ। ਮੈਂ ਤਾਂ ਕਹਿੰਦਾ ਹਾਂ ਕਿ ਕੱਲ੍ਹ ਵੀ ਪੰਜਾਬ ਹਿੰਦੁਸਤਾਨ ਦੀ ਢਾਲ ਸੀ ਤੇ ਅੱਜ ਵੀ ਢਾਲ ਦਾ ਕੰਮ ਕਰ ਰਿਹਾ ਹੈ। ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਨੂੰ ਗੈਰਾਂ ਤੋਂ ਨਫ਼ਰਤ ਮਿਲੀ ਤੇ ਆਪਣਿਆਂ ਤੋਂ ਵੀ ਪਿਆਰ ਨਾ ਮਿਲਿਆ। ਮੈਂ ਤਾਂ ਕਿਸੇ ਹੋਰ ਨੂੰ ਬੁਰਾ ਨਹੀਂ ਕਹਿੰਦਾ, ਸਗੋਂ ਪੰਜਾਬੀਆਂ ਨੂੰ ਹੀ ਕਸੂਰਵਾਰ ਗਿਣਦਾ ਹਾਂ। ਰੱਬ ਹਰ ਇੱਕ ਕੌਮ ਨੂੰ ਮੌਕਾ ਦਿੰਦਾ ਹੈ। ਸਾਨੂੰ ਮੌਕੇ ਤਾਂ ਬਹੁਤ ਮਿਲੇ, ਪਰ ਉਹ ਅਸੀਂ ਆਪਣਿਆਂ ਦੇ ਹੀ ਸਿਰ ਭੰਨਣ ਵਿੱਚ ਗਵਾ ਲਏ। ਅਸੀਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰੀ ਹੈ। ਕਿਸੇ ਇੱਕ ਦੀ ਗਲਤੀ ਨੂੰ ਤਕਦੀਰ ਮੁਆਫ਼ ਕਰ ਦਿੰਦੀ ਹੈ, ਪਰ ਕੌਮ ਦੀ ਗਲਤੀ ਨੂੰ ਕਦੇ ਮਾਫ਼ ਨਹੀਂ ਕਰਦੀ। ਉਹ ਕਹਿੰਦੇ ਹਨ ਕਿ ਕਮਲਾ ਹੋਵੇ ਕਿਹੜਾ ਉਸ ਨੂੰ ਸਮਝਾਵੇ ਵਿਹੜਾ। ਜਦ ਕਮਲਾ ਹੋਵੇ ਵਿਹੜਾ ਤਾਂ ਉਸ ਨੂੰ ਸਮਝਾਵੇ ਕਿਹੜਾ। ਹੁਣ ਮੈਂ ਆਪਣੇ ਅਸਲੀ ਮਕਸਦ ਵੱਲ ਆਉਂਦਾ ਹਾਂ। ਪੰਜਾਬੀ ਬੋਲੀ ਵੀ ਕਈ ਬੋਲੀਆਂ ਜਿਵੇਂ ਸੰਸਕ੍ਰਿਤ, ਪ੍ਰਾਕ੍ਰਿਤ, ਫਾਰਸੀ, ਪਸ਼ਤੋ ਆਦਿ ਦਾ ਸੰਗਮ ਹੈ। ਇਹ ਸਾਰੇ ਅੱਖਰ ਇਸ ਵਿੱਚ ਇਸ ਤਰ੍ਹਾਂ ਸਮਾ ਗਏ ਹਨ ਜਿਸ ਤਰ੍ਹਾਂ ਦੁੱਧ ਵਿੱਚ ਪਾਣੀ ਸਮਾ ਜਾਂਦਾ ਹੈ। ਹੁਣ ਇਹ ਸਾਰੇ ਅੱਖਰ ਪੰਜਾਬੀ ਹੀ ਅਖਵਾਉਂਦੇ ਹਨ। ਪੰਜਾਬੀ ਕਿਸੇ ਦੂਜੀ ਬੋਲੀ ਦੀ ਮੁਹਤਾਜ ਨਹੀਂ। ਇਸ ਦੀ ਆਪਣੀ 1235 ਹੈ। ਪੰਜਾਬੀ ਜ਼ੁਬਾਨ ਦੇ 2 ਅੱਖਰ ਗੁਰਮੁਖੀ ਵਿੱਚ ਲਿਖੇ ਜਾ ਸਕਦੇ ਹਨ, ਉਹ ਕਿਸੇ ਹੋਰ ਜ਼ੁਬਾਨ ਵਿੱਚ ਨਹੀਂ। ਸਿੱਖ ਧਰਮ ਸਿਰਫ 542 ਸਾਲ ਪੁਰਾਣਾ ਹੈ, ਜਦਕਿ ਪੰਜਾਬੀ ਬੋਲੀ ਹਜ਼ਾਰਾਂ ਸਾਲਾਂ ਤੋਂ ਬੋਲੀ ਜਾ ਰਹੀ ਹੈ। ਪਰ ਪਤਾ ਨਹੀਂ ਕਿਉਂ ਇਸ ਦੇ ਅੱਖਰਾਂ ਦਾ ਨਾਮ ਗੁਰਮੁਖੀ ਰੱਖ ਕੇ ਇਸ 'ਤੇ ਜ਼ੁਲਮ ਕੀਤਾ ਗਿਆ ਹੈ। ਸ਼ਾਇਦ ਮੁਸਲਮਾਨਾਂ ਨੂੰ ਇਸ ਤੋਂ ਨਫ਼ਰਤ ਦਿਵਾਉਣ ਲਈ ਇਸ ਦਾ ਨਾਂ ਗੁਰਮੁਖੀ ਰੱਖਿਆ ਗਿਆ ਹੋਵੇ। ਇਸ ਲਈ ਤਾਂ ਜਿਹੜੇ ਮੁਸਲਮਾਨ ਨੂੰ ਕਹੀਦਾ ਹੈ ਕਿ ਗੁਰਮੁਖੀ ਸਿੱਖ ਲਓ ਤਾਂ ਉਹ ਝੱਟ ਕਹਿੰਦਾ ਹੈ ਕਿ ਇਹ ਤਾਂ ਸਿੱਖਾਂ ਦੀ ਬੋਲੀ ਹੈ। ਫਿਰ ਉਸ ਨਾਲ ਸਿਰ ਖਪਾਉਣਾ ਪੈਂਦਾ ਹੈ ਕਿ ਜਿਹੜੀ ਬੋਲੀ ਤੂੰ ਬੋਲ ਰਿਹਾ ਹੈ ਇਹ ਵੀ ਪੰਜਾਬੀ ਹੈ, ਨਾ ਬੋਲਿਆ ਕਰ। ਫਿਰ ਉਸ ਨੂੰ ਦੱਸੀਦਾ ਹੈ ਕਿ ਇਹ ਪੰਜਾਬੀ ਗੁਰਮੁਖੀ ਵਿੱਚ ਹੀ ਲਿਖੀ ਜਾ ਸਕਦੀ ਹੈ, ਤਾਂ ਕਿਤੇ ਜਾ ਕੇ ਉਹ ਮੰਨਦਾ ਹੈ। ਫਿਰ ਉਹ ਬੜੇ ਔਖੇ ਸਿੱਖਣੀ ਸ਼ੁਰੂ ਕਰਦਾ ਹੈ, ਜਿਵੇਂ ਕੋਈ ਪਾਪ ਕਰਨ ਜਾ ਰਿਹਾ ਹੋਵੇ। ਪੰਜਾਬੀਆਂ ਨੇ ਆਪਣੇ ਆਪ ਨੂੰ ਆਪ ਗਰਕ ਕੀਤਾ ਹੈ, ਨਫ਼ਰਤ ਦੀਆਂ ਕੰਧਾਂ ਖੜੀਆਂ ਕੀਤੀਆਂ ਹਨ। ਬਾਬਾ ਫਰੀਦ ਜੀ ਹੋਰਾਂ ਦੀ ਮਾਂ ਬੋਲੀ ਫਾਰਸੀ ਸੀ, ਪਰ ਉਹਨਾਂ ਨੇ ਆਪਣਾ ਕਲਾਮ ਪੰਜਾਬੀ ਵਿੱਚ ਲਿਖ ਕੇ ਪੰਜਾਬੀ ਦੇ ਸਪੂਤ ਹੋਣ ਦਾ ਹੱਕ ਅਦਾ ਕੀਤਾ ਹੈ, ਜਿਸ ਦਾ ਅੰਦਾਜ਼ਾ ਇਸ ਸ਼ੇਰ ਤੋਂ ਲੱਗ ਸਕਦਾ ਹੈ। ਉੱਠ ਫਰੀਦਾ ਸੁੱਤਿਆ ਤੂੰ ਝਾੜੂ ਦੇ ਮਸੀਤ, ਉੱਠ ਫਰੀਦਾ ਸੁੱਤਿਆ ਤੂੰ ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ। ਇਹ ਸ਼ੇਰ ਉਹਨਾਂ ਦੀ ਰੱਬ ਨਾਲ ਮੁਹੱਬਤ ਨੂੰ ਵੀ ਪ੍ਰਗਟ ਕਰਦਾ ਹੈ ਅਤੇ ਆਪਣੇ ਧਰਮ ਦੇ ਦੇਸ਼ ਨਾਲ ਵੀ। ਬਾਬਾ ਜੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਸਨ ਕਿ ਕੋਈ ਵੀ ਕਲਾਮ ਕਿਸੇ ਕੌਮ 'ਤੇ ਓਨੀ ਦੇਰ ਅਸਰ ਨਹੀਂ ਕਰਦਾ ਜਿੰਨਾ ਚਿਰ ਉਹ ਉਸ ਜ਼ਬਾਨ ਵਿੱਚ ਨਾ ਲਿਖਿਆ ਜਾਵੇ। ਇਸ ਲਈ ਉਹਨਾਂ ਨੇ ਆਪਣਾ ਕਲਾਮ ਠੇਠ ਪੰਜਾਬੀ ਵਿੱਚ ਲਿਖਿਆ ਹੈ ਤਾਂ ਕਿ ਹਰ ਕਿਸੇ ਨੂੰ ਆਸਾਨੀ ਨਾਲ ਸਮਝ ਆ ਸਕੇ। ਲਿਖਣ ਨੂੰ ਇਹ ਕਲਾਮ ਬਾਬਾ ਜੀ ਅਰਬੀ ਜਾਂ ਫਾਰਸੀ ਵਿੱਚ ਵੀ ਲਿਖ ਸਕਦੇ ਸਨ, ਪਰ ਫਿਰ ਇਸ ਕਲਾਮ ਦੀ ਸਮਝ ਪੰਜਾਬੀਆਂ ਨੂੰ ਨਹੀਂ ਆਉਣੀ ਸੀ।
ਮਿਠਨਕੋਟ ਦੇ ਸੂਫੀ ਸ਼ਾਇਰ ਗੁਲਾਮ ਫਰੀਦ ਨੇ ਪੰਜਾਬੀ ਲਹਿਜੇ ਨੂੰ ਸਰਾਇਕੀ ਤੜਕਾ ਲਾ ਕੇ ਹੋਰ ਵੀ ਕਰਾਰਾ ਬਣਾ ਦਿੱਤਾ ਹੈ। ਇਸ ਤਰ੍ਹਾਂ ਬਾਬਾ ਸੁਲਤਾਨ ਬਾਹੂ ਨੇ ਪੰਜਾਬੀ ਅਦਬ ਦੀ ਬਹੁਤ ਸੇਵਾ ਕੀਤੀ ਹੈ। ਇਹ ਤਨ ਰੱਬ ਸੱਚੇ ਦਾ ਹੁਜਰਾ, ਇਹ ਤਨ ਰੱਬ ਸੱਚੇ ਦਾ ਹੁਜਰਾ, ਪਾ ਫਕੀਰਾਂ ਝਾਤੀ ਹੂ, ਨਾ ਕਰ ਮਿੰਨਤ ਖਾਜ ਖਿਜਰ ਦੀ, ਤੇਰੇ ਅੰਦਰ ਆਬ ਹਯਾਤੀ ਹੂ, ਸ਼ੌਂਕ ਦਾ ਦੀਵਾ ਬਾਲ ਹਨੇਰੇ, ਮੱਤਾਂ ਲੱਭੇ ਯਾਰ ਖੜਾਤੀ ਹੂ, ਮਰਨ ਥੀ ਮਰ ਰਹੇ ਅਗੇਹੇ ਅਗੇਰੇ ਬਾਹੂ, ਜਿਨ੍ਹਾਂ ਹੱਕ ਦੀ ਰਮਜ ਪਛਾਤੀ ਹੂ। ਸਾਨੂੰ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਤਨ ਦੇ ਹਜੂਰੇ ਵਿੱਚ ਸ਼ੌਕ ਦਾ ਦੀਵਾ ਬਾਲੀਏ ਅਤੇ ਮਨ ਦਾ ਹਨੇਰਾ ਦੂਰ ਕਰਕੇ ਉਸ ਦੀਵੇ ਦੀ ਲੋ ਆਪਣੀ ਗੁਆਚੀ ਜ਼ੁਬਾਨ ਤੇ ਮਨੁੱਖਤਾ ਨੂੰ ਲੱਭੀਏ। ਇੱਦਾਂ ਹੀ ਬਾਬਾ ਬੁੱਲੇ ਸ਼ਾਹ ਜਾਤ ਦੇ ਪਿੰਜਰੇ ਵਿੱਚੋਂ ਬਾਹਰ ਆਏ ਤਾਂ ਉਹਨਾਂ ਨੂੰ ਕਹਿਣਾ ਪਿਆ, ਹਾਜੀ ਲੋਕ ਮੱਕੇ ਨੂੰ ਜਾਂਦੇ, ਮੇਰਾ ਰਾਂਝਣ ਮਾਹੀ ਮੱਕਾ, ਨੀ ਮੈਂ ਕਮਲੀ ਹਾਂ। ਹਾਜੀ ਲੋਕ ਮੱਕੇ ਨੂੰ ਜਾਂਦੇ, ਮੇਰਾ ਰਾਂਝਣ ਮਾਹੀ ਮੱਕਾ, ਨੀ ਮੈਂ ਕਮਲੀ ਹਾਂ। ਮੈਂ ਤੇ ਮੰਗ ਰਾਂਝੇ ਦੀ ਹੋਈ ਹਾਂ, ਮੇਰਾ ਬਾਬਲ ਕਰਦਾ ਤੱਕਾ, ਨੀ ਮੈਂ ਕਮਲੀ ਹਾਂ। ਮੀਆਂ ਮੁਹੰਮਦ ਬਖਸ਼ ਵਿੱਚ ਪੰਜਾਬੀ ਦੇ ਮੰਨੇ ਪ੍ਰਮੰਨੇ ਕਵੀ ਹੋਏ ਹਨ। ਪੰਜਾਬ ਦੇ ਪਿੰਡਾਂ ਵਿੱਚ ਲੱਗਦੇ ਮੇਲਿਆਂ ਤੇ ਇਹਨਾਂ ਦਾ ਕਲਾਮ ਬੜੇ ਸ਼ੌਂਕ ਨਾਲ ਸੁਣਿਆ ਜਾਂਦਾ ਸੀ, ਪਰ ਨਵੀਂ ਨਸਲ ਨੂੰ ਖੌਰੇ ਕੀ ਸੱਪ ਸੁੰਘ ਗਿਆ, ਉਹ ਮਾਈਕਲ ਜੈਕਸਨ ਤੋਂ ਘੱਟ ਗੱਲ ਹੀ ਨਹੀਂ ਕਰਦੀ ਜਾਂ ਡਿਸਕੋ ਦੀਵਾਨੀ ਹੈ। ਇੰਜ ਲੱਗਦਾ ਹੈ ਕਿ ਜਿਵੇਂ ਗਾਉਣ ਵਾਲੇ ਨੂੰ ਭੂੰਡ ਲੜ ਰਹੇ ਹਨ ਤੇ ਉਹ ਪੀੜ ਨਾਲ ਤੜਫ ਰਿਹਾ ਹੈ। ਉਹਨੂੰ ਆਪਣੀ ਥਾਂ ਗਸ਼ ਪਈ ਹੁੰਦੀ ਹੈ ਤੇ ਸੁਣਨ ਵਾਲਿਆਂ ਨੂੰ ਆਪਣੀ ਥਾਂ। ਮੁਹੰਮਦ ਬਖਸ਼ ਹੋਰਾਂ ਦਾ ਸ਼ੇਰ ਹੈ, ਦੁਨੀਆ ਵਿੱਚ ਜੋ ਕੰਮ ਨ ਆਇਆ ਔਖੇ ਸੌਖੇ ਵੇਲੇ, ਦੁਨੀਆ ਵਿੱਚ ਜੋ ਕੰਮ ਨ ਆਇਆ ਔਖੇ ਸੌਖੇ ਵੇਲੇ, ਉਸ ਬੇਦਰਦੀ ਸਾਥੀ ਕੋਲੋਂ ਬਿਹਤਰ ਯਾਦ ਅਕੇਲੇ। ਲਹਿੰਦੇ ਪੰਜਾਬ ਦੀ ਧਰਤੀ ਤੇ ਇੱਕ ਹੋਰ ਬਹੁਤ ਮਹਾਨ ਗੁਰੂ ਨਾਨਕ ਨਾਂ ਦਾ ਹਸਤੀ ਸੁੱਤੀ ਪਈ ਹੈ। ਉਹਨਾਂ ਦੀ ਸ਼ਾਨ ਇਸ ਤਰ੍ਹਾਂ ਹੈ ਜਿਵੇਂ ਤਾਰਿਆਂ ਵਿੱਚ ਚੰਨ ਦੀ। ਉਹਨਾਂ ਦੀ ਸਿਫਤ ਮੇਰੇ ਵਰਗਾ ਕੀ ਕਰ ਸਕਦਾ। ਅਲਮਾ ਇਕਬਾਲ ਜਿਹੇ ਸ਼ਾਇਰ ਵੀ ਉਹਨਾਂ ਦੀ ਸਿਫਤ ਲਿਖ ਕੇ ਗਏ ਹਨ। ਮੀਆਂ ਮੁਹੰਮਦ ਬਖਸ਼ ਕਸ਼ਮੀਰ ਦੀਆਂ ਪਹਾੜੀਆਂ ਤੋਂ ਉਤਰ ਕੇ ਪੰਜਾਬੀ ਰੰਗ ਵਿੱਚ ਰੰਗੇ ਗਏ। ਵਾਰਿਸ ਸ਼ਾਹ ਕਾਬਲ ਤੋਂ ਆ ਕੇ ਹੀਰ ਵਰਗੀ ਕਮਾਲ ਲਿਖ ਕੇ ਗਏ। ਇਸ ਤਰ੍ਹਾਂ ਈਰਾਨ, ਅਰਬ, ਅਫਗਾਨਿਸਤਾਨ ਤੋਂ ਆਉਣ ਵਾਲੇ ਸੂਫੀ ਸ਼ਾਇਰ ਪੰਜਾਬੀ ਦੀ ਮਿਠਾਸ ਵੇਖ ਕੇ ਪੰਜਾਬੀ ਵਿੱਚ ਨਾਂ ਕਮਾ ਗਏ। ਪਰ ਅਫਸੋਸ ਅਸੀਂ ਪੰਜਾਬੀ ਹੋ ਕੇ ਪੰਜਾਬੀ ਬੋਲਣ ਤੋਂ ਕੰਨੀ ਕਤਰਾ ਰਹੇ ਹਾਂ। ਉਹ ਪੰਜਾਬੀ ਲਿਖ ਕੇ ਪੰਜਾਬੀ ਬੋਲ ਕੇ ਮਹਾਨ ਸਨ, ਅਸੀਂ ਪੰਜਾਬੀ ਬੋਲ ਕੇ ਪਰੇਸ਼ਾਨ ਹਾਂ। ਉਹਨਾਂ ਨੂੰ ਪੰਜਾਬੀ ਨਾਲ ਪਿਆਰ ਸੀ, ਅਸੀਂ ਪੰਜਾਬੀ ਤੋਂ ਸ਼ਰਮਸ਼ਾਰ ਹਾਂ। ਇਹਨਾਂ ਸੂਫੀਆਂ ਸ਼ਾਇਰਾਂ ਨੇ ਕਿਸੇ ਖਾਸ ਸਕੂਲ ਵਿੱਚ ਪੰਜਾਬੀ ਦੀ ਤਾਲਮੀ ਹਾਸਲ ਨਹੀਂ ਕੀਤੀ। ਇਹਨਾਂ ਸਾਰਿਆਂ ਨੇ ਉਸ ਸਮੇਂ ਦੇ ਮਦਰਸਿਆਂ ਵਿੱਚ ਅਰਬੀ ਫਾਰਸੀ ਪੜ੍ਹੀ ਸੀ, ਪਰ ਉਹਨਾਂ ਨੇ ਅਰਬੀ ਫਾਰਸੀ ਦੇ ਨਾਲ ਪੰਜਾਬੀ ਦਾ ਵੀ ਉਚੇਚਾ ਖਿਆਲ ਰੱਖਿਆ। ਮੈਂ ਇੱਕ ਦਿਨ ਆਪਣੇ ਮਿੱਤਰਾਂ ਨਾਲ ਬਾਬਾ ਸਫੀ ਮੁਹੰਮਦ ਹੋਰਾਂ ਦੀ ਮਹਿਫਲ ਵਿੱਚ ਜਾ ਬੈਠਾ ਸੀ। ਅਚਾਨਕ ਇੱਕ ਮਿੱਤਰ ਨੇ ਸਵਾਲ ਕੀਤਾ ਕਿ ਬਾਬਾ ਜੀ ਤੁਸੀਂ ਵੀ ਸਕੂਲ ਵਿੱਚ ਪੜ੍ਹੇ ਜੇ? ਬਾਬਾ ਜੀ ਨੇ ਕਿਹਾ ਕਿ ਉਸ ਸਮੇਂ ਸਾਡੇ ਪਿੰਡ ਵਿੱਚ ਸਕੂਲ ਨਹੀਂ ਹੁੰਦਾ ਸੀ। ਮੈਂ ਕੁਰਾਨ ਸ਼ਰੀਫ ਮਸ਼ੀਤੇ ਮੌਲਵੀ ਕੋਲ ਪੜ੍ਹਿਆ ਅਤੇ ਪੰਜਾਬੀ ਪੜ੍ਹਨ ਲਈ ਗੁਰਦੁਆਰੇ ਜਾਂਦਾ ਸੀ। ਉਸ ਸਮੇਂ ਪਿੰਡ ਵਿੱਚ 3 ਗੁਰਦੁਆਰੇ ਹੁੰਦੇ ਸਨ, ਇੱਕ ਵੱਡਾ ਗੁਰਦੁਆਰਾ ਸੀ ਤੇ 2 ਛੋਟੇ ਗੁਰਦੁਆਰੇ ਸਨ। ਬਾਬਾ ਜੀ ਨੇ ਦੱਖਣ ਵੱਲ ਹੱਥ ਕਰਕੇ ਕਿਹਾ ਕਿ ਜਿਹੜਾ ਇੱਧਰ ਗੁਰਦੁਆਰਾ ਸੀ ਉਸ ਵਿੱਚ ਪੜ੍ਹਨ ਜਾਂਦਾ ਸੀ। ਅਜੇ ਮੈਂ 35 ਹੀ ਸਿੱਖੀ ਸੀ ਕਿ ਦੇਸ਼ ਦੀ ਵੰਡ ਹੋ ਗਈ। ਸਿੱਖ ਭਾਰਤ ਜਾਣ ਲੱਗੇ, 35 ਵੀ ਆਪਣੇ ਨਾਲ ਹੀ ਲੈ ਗਏ। ਭਲਾ ਉਹ ਤਾਂ ਇੱਥੇ ਛੱਡ ਜਾਂਦੇ। ਮੈਂ ਆਖਿਆ ਬਾਬਾ ਜੀ ਉਹ ਹੋਰ ਬਹੁਤ ਕੁਝ ਛੱਡ ਕੇ ਗਏ ਸਨ, ਤੁਸੀਂ ਹੋਰ ਕਿਸੇ ਚੀਜ਼ ਨੂੰ ਜੱਫਾ ਮਾਰ ਲੈਣਾ ਸੀ। ਬਾਬਾ ਜੀ ਕਹਿੰਦੇ ਉਸ ਸਮਾਨ ਤੇ ਸਾਡਾ ਕੋਈ ਹੱਕ ਨਹੀਂ ਸੀ, ਉਸ ਤੇ ਮੁਸਲਮਾਨ ਮੁਜਾਹਜਰਾਂ ਦਾ ਹੱਕ ਸੀ। ਮੈਂ ਫਿਰ ਛੇੜਿਆ, ਬਾਬਾ ਜੀ ਤੁਹਾਨੂੰ 35 ਆਉਂਦੀ ਵੀ ਹੈ ਕਿ ਉਸ ਦਾ ਨਾਂ ਹੀ ਸੁਣਿਆ ਹੈ? ਬਾਬਾ ਜੀ ਕਹਿੰਦੇ ਆ ਘੋੜੀ ਤੇ ਆ ਘੋੜੀ ਦਾ ਮੈਦਾਨ। ਬਾਬਾ ਜੀ ਕਹਿੰਦੇ ਆ ਘੋੜੀ ਤੇ ਆ ਘੋੜੀ ਦਾ ਮੈਦਾਨ। ਬਾਬੇ ਨੇ 63 ਵਰ੍ਹੇ ਬਾਅਦ 35 ਜ਼ੁਬਾਨੀ ਸੁਣਾ ਦਿੱਤੀ। ਮੈਂ ਸੁਣ ਕੇ ਬੜਾ ਹੈਰਾਨ ਹੋਇਆ ਕਿ ਸਾਡੇ ਵਰਗਿਆਂ ਨੂੰ ਭੁੱਲ ਜਾਂਦਾ ਹੈ ਕਿ ਸਵੇਰੇ ਕੀ ਖਾਧਾ ਸੀ। ਬਾਬਾ ਜੀ ਹੋਰਾਂ ਕਿਹਾ ਕਿ ਮੈਂ ਬੜੇ ਮਿੱਤਰਾਂ ਨੂੰ ਕਿਹਾ ਕਿ ਤੁਸੀਂ ਭਾਰਤ ਚੱਲੋ ਹੋ, ਉੱਧਰੋਂ ਪੰਜਾਬੀ ਦਾ ਕੋਈ ਕਾਇਦਾ ਲਿਆਇਓ। ਕਈ ਸਰਦਾਰਾਂ ਨੂੰ ਵੀ ਸੁਨੇਹਾ ਕੱਲਿਆ ਕਿ 35 ਮੋੜ ਦਿਓ, ਪਰ ਹਾਲੇ ਤੱਕ ਕੋਈ ਸੁਨੇਹਾ ਨਹੀਂ ਆਇਆ। ਮੈਂ ਕਿਹਾ ਬਾਬਾ ਜੀ ਤੁਸੀਂ ਸੱਚੇ ਹੋ? ਮੈਂ ਵੀ ਕਈ ਮਿੱਤਰਾਂ ਨੂੰ ਫੋਨ ਤੇ ਕਿਹਾ ਕਿ ਪੰਜਾਬੀ ਦੇ ਕਾਇਦੇ ਭੇਜ ਦਿਓ, ਪਰ ਭੇਜਦਾ ਕੋਈ ਨਹੀਂ।
ਕਈ ਕਹਿੰਦੇ ਹਨ ਕਿ ਇਹ ਵੀ ਕੋਈ ਕੰਮ ਹੈ, ਪਰ ਸ਼ਾਮ ਹੁੰਦਿਆਂ ਹੀ ਭੁੱਲ ਜਾਂਦੇ ਹਨ। ਉਹਨਾਂ ਨੇ 35 ਦਾ ਪਤਾ ਨਹੀਂ ਕੀ ਕਰਨਾ ਹੈ। ਆਪ ਤਾਂ ਉਹਨਾਂ ਨੇ ਪੰਜਾਬੀ ਵਿੱਚ ਅੱਧੀ ਤੋਂ ਵੱਧ ਹਿੰਦੀ ਪਰੋਈ ਹੁੰਦੀ ਹੈ ਅਤੇ ਸ਼ਾਹਮੁਖੀ ਵਿੱਚ ਪੰਜਾਬੀ ਲਿਖੀ ਨਹੀਂ ਜਾਂਦੀ। ਪੰਜਾਬੀ ਬੜੀ ਬਦਕਿਸਮਤ ਕੌਮ ਹੈ। ਕਿਸੇ ਕੋਲ ਪੰਜਾਬੀ ਨਹੀਂ, ਕਿਸੇ ਕੋਲ ਪੰਜਾਬੀ ਲਿਖਣ ਵਾਸਤੇ ਪੰਜਾਬੀ ਲਿਪੀ ਨਹੀਂ। ਜਿਸ ਤਰ੍ਹਾਂ ਪੰਜਾਬ ਦੀ ਵੰਡ ਹੋਈ ਹੈ, ਉਸ ਤਰ੍ਹਾਂ ਹੀ ਸਾਡੇ ਪਿੰਡ ਦੇ ਲੁਹਾਰਾਂ ਨੇ ਆਪਣੇ ਇੰਜਣ ਦੀ ਵੰਡ ਕੀਤੀ ਸੀ। 4 ਭਰਾਵਾਂ ਨੇ ਸਾਂਝਾ ਇੰਜਣ ਲਾਇਆ ਸੀ, ਜਿਸ 'ਤੇ ਆਟਾ ਪੀਹਣ ਵਾਲੀ ਮਸ਼ੀਨ, ਵੇਲਣਾ, ਪੀਂਜਾ ਆਦਿ ਚੱਲਦਾ ਸੀ। ਇੱਕ ਦਿਨ ਚਾਰੇ ਭਰਾ ਆਪਸ ਵਿੱਚ ਲੜ ਪਏ। ਇੱਕ ਭਰਾ ਕਹਿਣ ਲੱਗਾ ਕਿ ਮਸ਼ੀਨਰੀ ਵੇਚ ਕੇ ਪੈਸੇ ਵੰਡ ਲੈਂਦੇ ਹਾਂ। ਦੂਜਿਆਂ ਨੇ ਕਿਹਾ ਕਿ ਇੱਦਾਂ ਨਹੀਂ ਕਰਨੀ, ਤੁਸੀਂ ਸਾਰੇ ਛੈਣੀਆਂ ਹਥੌੜੇ ਲਿਆਓ, ਮਸ਼ੀਨਰੀ ਦੀ ਇੱਕ ਇੱਕ ਚੀਜ਼ ਖੋਲ੍ਹ ਕੇ ਲਿਆਓ ਅਤੇ ਉਸ ਨੂੰ 4 ਹਿੱਸਿਆਂ ਵਿੱਚ ਵੰਡੀ ਜਾਓ। ਉਹਨਾਂ ਸਾਰੀ ਮਸ਼ੀਨਰੀ ਕੱਟ ਵੱਢ ਕੇ ਢੇਰੀਆਂ ਲਾ ਦਿੱਤੀਆਂ। ਵਿਹੜੇ ਵਿੱਚ ਨਿੰਮ ਦਾ ਇੱਕ ਰੁੱਖ ਸੀ, ਉਹ ਵੀ ਉਹਨਾਂ ਨੇ ਇਸ ਤਰ੍ਹਾਂ ਹੀ ਵੰਡਿਆ ਸੀ। ਅੱਜ ਵੀ ਜੇ ਕਿਸੇ ਨੇ ਕੋਈ ਚੀਜ਼ ਵੰਡਣੀ ਹੋਵੇ ਤਾਂ ਉਹ ਮਜ਼ਾਕ ਨਾਲ ਕਹਿੰਦੇ ਹਨ ਕਿ ਲੁਹਾਰਾਂ ਵਾਲੀ ਵੰਡ ਕਰਨੀ ਹੈ ਜਾਂ ਪੰਜਾਬ ਵੰਡ। ਕੋਟ ਸੀ ਬਣਾਉਣਾ, ਫਿਰੇ ਨਿੱਕਰਾਂ ਦਾ ਮੇਚ ਲੈਂਦਾ। ਕੋਟ ਸੀ ਬਣਾਉਣਾ, ਫਿਰੇ ਨਿੱਕਰਾਂ ਦਾ ਮੇਚ ਲੈਂਦਾ। ਲਿਆਉਣੀ ਸਲਵਾਰ ਤੇ ਕਮੀਜ਼ ਲੈਂਦਾ ਫਿਰੇ ਨਾਪ ਦੀ। ਹੋਇਆ ਅਧਰੰਗ ਵੈਦ ਖੰਘ ਦੀ ਦਵਾਈ ਕਰੇ। ਪੇਟ ਦਰਦ ਨੂੰ ਕਰੂ ਕੀ ਗੋਲੀ ਤਾਪ ਦੀ। ਮਾਦਰੀ ਜ਼ੁਬਾਨ ਛੱਡ ਗੈਰਾਂ ਦੇ ਮਗਰ ਲੱਗਾ। ਇਹ ਤੋਂ ਵੱਧ ਬੇਵਕੂਫਾ ਗੱਲ ਕਿਹੜੀ ਪਾਪ ਦੀ। ਹੋਰ ਤੀਰ ਚਲਾਉਂਦਿਆਂ ਕਿਹਾ ਕਿ ਉਤਲੇ ਪੰਜਾਬ ਵਿੱਚ ਤਾਂ ਰੁਜ਼ਗਾਰ ਦੇ ਸਾਧਨ ਬਹੁਤ ਹਨ, ਪਰ ਸਾਡੇ ਪਾਸੇ ਬੇਰੁਜ਼ਗਾਰੀ ਹੈ। ਲੇਖਕ ਨੇ ਕਿਹਾ ਕਿ ਗਿਲਾਨੀ ਸਾਹਿਬ ਤੁਹਾਡੇ ਪਾਸੇ ਦੇ ਹਨ, ਇੱਧਰ ਵੀ ਕਾਰਖਾਨੇ ਲਾ ਕੇ ਬੇਰੁਜ਼ਗਾਰੀ ਨੂੰ ਕਾਬੂ ਕਰਨ। ਮਾਸਟਰ ਜੀ ਕਹਿਣ ਲੱਗੇ ਕਿ ਉਹ ਤਾਂ ਵਡੇਰੇ ਹਨ, ਉਹ ਸਾਡੇ ਪਾਸੇ ਕਿਵੇਂ ਕਾਰਖਾਨੇ ਲੱਗਣ ਦੇਣਗੇ। ਲੇਖਕ ਨੇ ਕਿਹਾ ਕਿ ਤੁਸੀਂ ਉਤਲੇ ਪੰਜਾਬ 'ਤੇ ਕਿਉਂ ਗੁੱਸਾ ਕਰਦੇ ਹੋ। ਮਾਸਟਰ ਹੋਰਾਂ ਨੂੰ ਜਦੋਂ ਕੁਝ ਨਾ ਸੁਝਿਆ ਤਾਂ ਉਹਨਾਂ ਨੇ ਇੱਕ ਹੋਰ ਭੜਾਸ ਕੱਢੀ। ਉਹਨਾਂ ਕਿਹਾ ਕਿ ਹਾਈ ਕੋਰਟ ਲਾਹੌਰ ਵਿੱਚ ਹੈ, ਇਸ ਲਈ ਲੋਕਾਂ ਨੂੰ ਬਹੁਤ ਦੂਰ ਜਾਣਾ ਪੈਂਦਾ ਹੈ। ਸਰਾਇਕੀ ਸੂਬਾ ਬਣ ਜਾਵੇ ਤਾਂ ਉਹ ਲੰਮੀ ਖੱਜਲ ਖੁਆਰੀ ਤੋਂ ਬਚ ਜਾਣਗੇ। ਲੇਖਕ ਨੇ ਕਿਹਾ ਕਿ ਸਭ ਤੋਂ ਵੱਡਾ ਸੂਬਾ ਬਲੋਚਿਸਤਾਨ ਹੈ, ਜਿਸ ਦੀ ਹਾਈ ਕੋਰਟ ਕੋਟੇ ਸ਼ਹਿਰ ਵਿੱਚ ਹੈ। ਕਈ ਇਲਾਕਿਆਂ ਤੋਂ ਉੱਥੇ ਪੁੱਜਣ ਲਈ 2 ਦਿਨ ਵੀ ਲੱਗ ਜਾਂਦੇ ਹਨ। ਕਦੇ ਕਿਸੇ ਬਲੋਚੀ ਨੇ ਗੱਲ ਨਹੀਂ ਕੀਤੀ ਕਿ ਬਲੋਚਿਸਤਾਨ ਨੂੰ ਵੰਡ ਦੇਣਾ ਚਾਹੀਦਾ ਹੈ। ਤੁਸੀਂ ਕਿਹੋ ਜਿਹੇ ਪੰਜਾਬੀ ਹੋ ਜਿਨ੍ਹਾਂ ਨੂੰ ਇਹ ਗੱਲ ਕਰਦਿਆਂ ਭੋਰਾ ਵੀ ਤਕਲੀਫ ਨਹੀਂ ਹੁੰਦੀ। ਅਸੀਂ ਫਿਰ ਮਾਸਟਰ ਨੂੰ ਅਲਵਿਦਾ ਕਹਿ ਕੇ ਮੁੜ ਪਰਤ ਆਏ। ਇੱਦਾਂ ਦਾ ਕੋਈ ਬੰਦਾ ਵੈਦ ਕੋਲ ਦਵਾਈ ਲੈਣ ਗਿਆ ਅਤੇ ਕਹਿਣ ਲੱਗਾ ਕਿ ਵੈਦ ਜੀ ਮੈਨੂੰ ਦਵਾਈ ਦੇ ਦਿਓ, ਮੇਰੇ ਢਿੱਡ ਵਿੱਚ ਬੜੀ ਪੀੜ ਹੋ ਰਹੀ ਹੈ। ਵੈਦ ਨੇ ਪੁੱਛਿਆ ਕਿ ਰਾਤੀ ਕੀ ਖਾਧਾ ਸੀ। ਉਹ ਬੰਦਾ ਕਹਿਣ ਲੱਗਾ ਕਿ ਮੈਂ ਰਾਤੀ ਸੜੀਆਂ ਰੋਟੀਆਂ ਖਾ ਬੈਠਾ ਸੀ। ਵੈਦ ਹੋਰਾਂ ਨੇ ਸੁਰਮੇ ਦੀ ਸ਼ੀਸ਼ੀ ਉਸ ਬੰਦੇ ਦੇ ਹੱਥ ਫੜਾਉਂਦਿਆਂ ਕਿਹਾ ਕਿ ਇਹ ਸੁਰਮਾ ਦਿਨ ਵਿੱਚ 3 ਵਾਰੀ ਆਪਣੀਆਂ ਅੱਖਾਂ ਵਿੱਚ ਪਵਾਵੀਂ, ਤੇਰੀ ਨਜ਼ਰ ਠੀਕ ਹੋ ਜਾਵੇਗੀ। ਉਸ ਬੰਦੇ ਨੇ ਕਿਹਾ ਕਿ ਵੈਦ ਜੀ ਤਕਲੀਫ ਮੇਰੇ ਢਿੱਡ ਵਿੱਚ ਹੈ ਤੇ ਤੁਸੀਂ ਇਲਾਜ ਮੇਰੀਆਂ ਅੱਖਾਂ ਦਾ ਕਰ ਰਹੇ ਹੋ। ਵੈਦ ਹੋਰਾਂ ਨੇ ਕਿਹਾ ਕਿ ਜੇ ਤੂੰ ਸੜੀਆਂ ਰੋਟੀਆਂ ਨਾ ਖਾਂਦਾ ਤਾਂ ਤੈਨੂੰ ਕਦੇ ਵੀ ਢਿੱਡ ਪੀੜ ਨਾ ਹੁੰਦੀ। ਬਸ ਇਹੀ ਰੋਗ ਸਾਡੇ ਪੰਜਾਬੀਆਂ ਦਾ ਹੈ। ਅਸੀਂ ਅੱਖਾਂ ਦਾ ਇਲਾਜ ਕਰਾਉਣ ਦੀ ਛੱਡ ਥਾਂ ਢਿੱਡ ਦੀ ਫੱਕੀ ਲੱਭਦੇ ਚੂੰਡੇ ਗਏ। ਆਪਣੀ ਜਗੀਰ ਵਿੱਚ ਸਕੂਲ ਜਗੀਰਦਾਰ ਨਾ ਬਣਨ ਦੇਣ ਗੁਨਾਹਗਾਰ ਕੋਈ ਹੋਰ। ਇਹਨਾਂ ਜਗੀਰਦਾਰਾਂ ਦੇ ਹਾਥੀ ਦੇ ਦੰਦ ਖਾਣ ਦੇ ਹੋਰ ਹਨ ਤੇ ਵਿਖਾਉਣ ਦੇ ਹੋਰ। ਕੋਈ ਖਾਨ ਵਡੇਰਾ ਨਹੀਂ ਚਾਹੁੰਦਾ ਕਿ ਉਸ ਦੇ ਤਾੜੇ ਹੋਏ ਪੰਛੀ ਆਜ਼ਾਦ ਹੋ ਜਾਣ। ਰੱਬ ਕਰੇ ਜਗੀਰਦਾਰਾਂ ਦੀ ਮਨਸ਼ਾ ਪੂਰੀ ਨਾ ਹੋਵੇ। ਜੇ ਲਹਿੰਦੇ ਪੰਜਾਬ 'ਤੇ ਕਦੀ ਅਜਿਹਾ ਸਮਾਂ ਆ ਗਿਆ ਤਾਂ ਪੰਜਾਬ ਦੇ 5 ਟੋਟੇ ਹੋ ਜਾਣਗੇ। ਲੇਖਕ ਨੂੰ ਅਫਸੋਸ ਹੈ ਕਿ ਉਤਲੇ ਪੰਜਾਬ ਦੇ ਕਿਸੇ ਆਗੂ ਨੇ ਇਸ ਪ੍ਰਚਾਰ ਦਾ ਵਿਰੋਧ ਨਹੀਂ ਕੀਤਾ। ਇਹ ਅਸੂਲ ਹੈ ਕਿ ਹਰ ਚੀਜ਼ ਆਪਣੇ ਅਸਲੇ ਵੱਲ ਪਲਟਦੀ ਹੈ। ਇੱਕ ਦਿਨ ਪੰਜਾਬ ਵਿੱਚ ਸਿਰਫ ਪੰਜਾਬ ਹੀ ਹੋਵੇਗਾ।